ਸਿੱਖਾਂ ਨੇ ਮੁੰਬਈ ਦੇ ਵਿੱਚ ਕੰਗਨਾ ਦਾ ਘਰ ਘੇਰ ਲਿਆ। ਜ਼ੀ ਨਿਊਜ਼ ਨੂੰ ਸਰਕਾਰ ਨੇ ਵੀ ਲਾਂਤਾਂ ਪਾ ਦਿੱਤੀਆਂ ਨੇ। ਸੁਧੀਰ ਚੌਧਰੀ ਤਾਂ ਦੁਬਈ ਤੋਂ ਬੇਇੱਜ਼ਤੀ ਕਰਵਾ ਕੇ ਮੁੜੇ ਨੇ। ਕੇਜਰੀਵਾਲ ਪੰਜਾਬ ਦੇ ਵਿੱਚ ਗਰੰਟੀਆਂ ਵੰਡ ਰਹੇ ਨੇ, ਨਵਜੋਤ ਸਿੱਧੂ ਦੀ ਸ਼ਲਾਘਾ ਕਰ ਰਹੇ ਨੇ, ਚੰਨੀ ਨੂੰ ਭੰਡ ਰਹੇ ਨੇ ਤੇ ਕਾਂਗਰਸ ਦੇ ਵਿਧਾਇਕਾਂ ਨੂੰ ਕੂੜਾ ਦੱਸ ਰਹੇ ਨੇ। ਕੇਜਰੀਵਾਲ ਦੇ ਔਰਤਾਂ ਨੂੰ ਪੈਨਸ਼ਨ ਦੇਣ ਦੇ ਬਿਆਨ ਦੇ ਉੱਤੇ ਮਨੀਸ਼ਾ ਗੁਲਾਟੀ ਭੜਕ ਗਈ ਹੈ ਕਿ ਕੀ ਪੰਜਾਬ ਦੀਆਂ ਔਰਤਾਂ ਦੀ ਕਾਬਲੀਅਤ ਸਿਰਫ 1000 ਰੁਪਏ ਦੀ ਹੈ। ਬਾਦਲਾਂ ਦੀਆਂ ਬੱਸਾਂ ਨੂੰ ਵੱਡੀ ਰਾਹਤ ਮਿਲੀ ਹੈ, ਵੜਿੰਗ ਨੂੰ ਝਟਕਾ ਲੱਗਿਆ। ਕੈਪਟਨ ਕਹਿ ਰਹੇ ਨੇ ਕਿ ਮੇਰੀ ਜੇਬ ਵਿੱਚ ਵੱਡੇ ਵੱਡੇ ਕਾਂਗਰਸੀ ਨੇ, ਸਮਾਂ ਆਉਣ ਤੇ ਕੱਢਾਂਗਾ। ਪਾਕਿਸਤਾਨ ਦੇ ਰਾਹੀਂ ਹੁਣ ਭਾਰਤ ਦੀ ਕਣਕ ਅਫਗਾਨਿਸਤਾਨ ਜਾਊਗੀ। ਪਾਕਿਸਤਾਨ ਨੇ ਭਾਰਤ ਦੇ ਇੱਕ ਦਾਅਵੇ ਨੂੰ ਝੂਠਾ ਦੱਸਿਆ ਕਿ ਭਾਰਤ ਨੇ ਸਾਡੇ ਜਹਾਜ਼ ਨੂੰ ਸੁੱਟਿਆ ਸੀ। ਅਮਰੀਕਾ ਦੇ ਵਿੱਚ ਡਾਲਰਾਂ ਦੇ ਨਾਲ ਭਰੇ ਝੋਲੇ ਸੜਕਾਂ ਤੇ ਖਿਲਰ ਗਏ ਤੇ ਲੋਕ ਨੇ ਜਿਹੜੇ ਉਹ ਹੱਸ-ਹੱਸ ਕੇ ਚੁੱਕਦੇ ਵੇਖੇ ਗਏ, ਪਰ ਫਿਰ ਬਾਅਦ ਚੋਂ ਪੁਲਿਸ ਨੂੰ ਵਾਪਸ ਵੀ ਕਰ ਦਿੱਤੇ। ਕੋਵੈਕਸਿਨ ਦਾ ਟੀਕਾ ਲਵਾਉਣ ਵਾਲੇ ਯਾਤਰੀ ਹੁਣ ਬਰਤਾਨੀਆ ਦੀ ਯਾਤਰਾ ਕਰ ਸਕਣਗੇ। ਏਅਰਟੈਲ ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਪ੍ਰੀਪੇਡ ਗਾਹਕਾਂ ਨੂੰ ਝਟਕਾ ਦਿੱਤਾ ਹੈ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ बुलेटिन देखने वाले सारे दर्शकों का स्वागत है। मैं हरशरण कौर। बुलेटिन दे विच पहला तुहानू कल दी लोक राय दा नतीजा दस दिंदे हां। कल दी लोक राय सी कि किसानां दे पार्लीमेंट विच कानून रद्द होण तक बॉर्डरां तो ना उठण दे फैसले दे नाल की तुसीं सहमत हो। साडे 100% दर्शकों ने सहमति जताई है, जबकि किसी ने भी असहमति नहीं जताई। ਅੱਜ ਦੀ ਲੋਕ ਰਾਏ ਹੈ ਕਿ ਬ੍ਰਾਡਕਾਸਟਿੰਗ ਅਥਾਰਟੀ ਨੇ ਜ਼ੀ ਨਿਊਜ਼ ਨੂੰ ਕਿਸਾਨਾਂ ਨੂੰ ਜਾਣ-ਬੁੱਝ ਕੇ ਬਦਨਾਮ ਕਰਨ ਵਾਲੇ ਪ੍ਰੋਗਰਾਮ ਦਿਖਾਉਣ ਤੇ ਕਾਫੀ ਤਾੜਿਆ ਹੈ। ਪ੍ਰੋਗਰਾਮ ਡਿਲੀਟ ਕਰਨ ਦਾ ਹੁਕਮ ਦਿੱਤਾ ਹੈ। ਅਥਾਰਟੀ ਦੇ ਇਸ ਫੈਸਲੇ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ, ਸੰਤੁਸ਼ਟ ਹੋ? ਜੇ ਸਹਿਮਤ ਹੋ ਯੈਸ ਜਾਂ ਹਾਂ ਲਿਖਿਓ, ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ। ਪੰਜਾਬ ਦੀਆਂ ਖਬਰਾਂ ਦੇ ਵਿੱਚ ਕੁਝ ਖਾਸ ਖਬਰਾਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲੀ ਖਬਰ ਉਸ ਮੀਡੀਆ ਅਦਾਰੇ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਹੁਣ ਤੱਕ ਕਿਸਾਨਾਂ ਦੇ ਲਈ, ਕਿਸਾਨੀ ਸੰਘਰਸ਼ ਦੇ ਲਈ ਜ਼ਹਿਰ ਹੀ ਉਗਲਿਆ ਹੈ। ਭਾਰਤ ਸਰਕਾਰ ਦੀ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ ਨੇ ਜ਼ੀ ਨਿਊਜ਼ ਦੇ ਖਿਲਾਫ ਮਿਲੀ ਇੱਕ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲਿਆ ਹੈ, ਜਿਸ ਤੋਂ ਬਾਅਦ ਮੀਡੀਆ ਘਰਾਂ ਨੂੰ ਤਾੜਨਾ ਵੀ ਦਿੱਤੀ ਹੈ। ਸ਼ਿਕਾਇਤ ਦੇ ਮੁਤਾਬਿਕ ਜ਼ੀ ਨਿਊਜ਼ ਨੇ 19, 20 ਤੇ 26 ਜਨਵਰੀ ਨੂੰ 2021 ਦੇ ਵਿੱਚ ਕਿਸਾਨੀ ਅੰਦੋਲਨ ਨਾਲ ਸੰਬੰਧਿਤ 2 ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕੀਤੇ ਸੀ। ਇਹਨਾਂ 2 ਪ੍ਰੋਗਰਾਮਾਂ ताल ठोक के खालिस्तान से कब सावधान होगा किसान ते दूसरा प्रोग्राम रिपब्लिक डे पर होगा गृह युद्ध। ਇਹਦੇ ਵਿੱਚ ਜ਼ੀ ਨਿਊਜ਼ ਨੇ ਅਥਾਰਟੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। ਇਸ ਤੇ ਇਤਰਾਜ਼ ਜਿਹੜਾ ਉਹ ਲਾਇਆ ਗਿਆ। ਅਥਾਰਟੀ ਨੇ ਸਖਤੀ ਦੇ ਨਾਲ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਈ ਵੀ ਅਜਿਹੀ ਰਿਪੋਰਟਿੰਗ ਨਾ ਕੀਤੀ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਡਰ, ਤਣਾਅ ਤੇ ਹਫੜਾ ਦਫੜੀ ਮਚ ਜਾਵੇ। ਇਹ ਵੀ ਕਿਹਾ ਗਿਆ ਕਿ ਅਜਿਹੀਆਂ ਖਬਰਾਂ ਦੀ ਚੋਣ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਿਹਦੇ ਨਾਲ ਵਿਵਾਦਿਕ ਜਨਤਕ ਮੁੱਦੇ ਭਖ ਜਾਣ। ਖਬਰ ਦੇ ਲਈ ਸੂਚਨਾ ਇੱਕ ਤੋਂ ਵਧੇਰੇ ਸਰੋਤਾਂ ਤੋਂ ਇਕੱਠੀ ਕੀਤੀ ਜਾਵੇ ਤਾਂ ਚੰਗਾ ਹੋਊਗਾ। ਖਬਰ ਵਿਚਲੇ ਤੱਥ ਸਿਰਫ ਕਿਸੇ ਇੱਕ ਦੇ ਵਿਚਾਰ ਨਹੀਂ ਹੋਣੇ ਚਾਹੀਦੇ, ਬਿਆਨ ਕਿਸੇ ਇੱਕ ਦੇ ਨਹੀਂ ਹੋਣੇ ਚਾਹੀਦੇ। ਛਾਣਬੀਨ ਤੇ ਆਧਾਰਿਤ ਖਬਰ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪ੍ਰੋਗਰਾਮ ਪ੍ਰਸਾਰਿਤ ਕਰਨ ਤੋਂ ਪਹਿਲਾਂ ਗਲਤੀਆਂ ਨੂੰ ਦਰੁਸਤ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾੜਨਾ ਕੀਤੀ ਗਈ ਹੈ। ਸੰਤੁਲਿਤ ਰਿਪੋਰਟਿੰਗ ਦੇ ਲਈ ਪੱਖਪਾਤ ਤੋਂ ਬਚਿਆ ਜਾਵੇ, ਇਹ ਵੀ ਕਿਹਾ ਗਿਆ ਤੇ ਅਜਿਹੇ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਲਈ ਕਿਹਾ ਗਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਵਧੇ। ਸ਼ਿਕਾਇਤ ਦੇ ਵਿੱਚ ਦੋਸ਼ ਇਹ ਲਾਇਆ ਗਿਆ ਕਿ ਦੋਵੇਂ ਪ੍ਰੋਗਰਾਮ ਬਿਨਾਂ ਪਰਪੱਕਤਾ ਤੋਂ ਹੀ ਪ੍ਰਸਾਰਿਤ ਕੀਤੇ ਗਏ, ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਪੱਤਰਕਾਰਤਾ ਦੇ ਅਸੂਲਾਂ ਤੇ ਖਰੇ ਨਹੀਂ ਉਤਰਦੇ ਸੀ। ਅਥਾਰਟੀ ਦੇ ਵੱਲੋਂ ਭਵਿੱਖ ਵਿੱਚ ਜ਼ੀ ਟੀਵੀ ਸਮੇਤ ਦੂਸਰੇ ਸਾਰੇ ਮੀਡੀਆ ਅਦਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਤਾੜਨਾ ਜਿਹੜੀ ਉਹ ਕੀਤੀ ਗਈ ਹੈ। ਇਸ ਤਾੜਨਾ ਤੋਂ ਬਾਅਦ ਟਰੈਕਟਰ ਟੂ ਟਵਿੱਟਰ ਨੇ ਵੀ ਟਵੀਟ ਕੀਤੇ ਨੇ ਅਤੇ ਇਸ ਖਬਰ ਦੀ ਜਿਹੜੀ ਸੂਚਨਾ ਹੈ ਸਭ ਤੋਂ ਪਹਿਲਾਂ ਟਰੈਕਟਰ ਟੂ ਟਵਿੱਟਰ ਨੇ शायद मीडिया दे विच लैके आंदी है ते उन्होंने ये भी लिखा है कि किसी वेले हैशटैग जी दलाल मोदी का ये किसानां दे वल्लों चलाया गया सी ते ट्रैक्टर टू ट्विटर ने उस मुहिम नूं काफ़ी हुलारा दिता सी ते उस तो बाद ट्रैक्टर टू ट्विटर ते कानूनी जिहड़ी कार्रवाई है वो कीते जाण दा जिहड़ा दावा है वो भी इस चैनल दे वल्लों कुछ चैनलों दे वल्लों जिहड़ा वो ठोकिया गया है। किसान मोर्चे ने भी इस ते प्रतिक्रम दिता है। किसान मोर्चे ने दस्सिया है अपने प्रैस बयान दे विच कि एक कौमी चैनल नूं किसानां नूं खालिस्तानियां वजों पेश करन ते नसीहत दिती गई है ते हुक्म कीता गया है ब्रॉडकास्टिंग मिनिस्ट्री दे वल्लों, ब्रॉडकास्टिंग जिहड़ी अथॉरिटी है उस दे वल्लों
ਕਿ ਜਿਹੜੀਆਂ ਉਹ ਵੀਡੀਓਜ਼ ਹੈਗੀਆਂ ਨੇ ਉਹਨਾਂ ਨੂੰ ਹਰ ਵੈਬਸਾਈਟ ਤੋਂ ਅਤੇ ਹਰ ਚੈਨਲ ਤੋਂ ਹਟਾ ਦਿੱਤਾ ਜਾਵੇ, ਜਿੱਥੇ-ਜਿੱਥੇ ਵੀ ਇਹਨਾਂ ਨੇ ਉਹ ਵੀਡੀਓ ਚਲਾਈ ਹੈ। ਸੋ ਇਹ ਦੋਵੇਂ ਪ੍ਰੋਗਰਾਮ ਨੇ ਜਿਹੜੇ ਜ਼ੀ ਦੇ ਉਹ ਹਟਾਏ ਜਾਣੇ ਚਾਹੀਦੇ ਨੇ। ਬ੍ਰਾਡਕਾਸਟਿੰਗ ਅਥਾਰਟੀ ਦੇ ਹੁਕਮਾਂ ਤੋਂ ਬਾਅਦ ਜੇ ਕਿਤੇ ਵੀ ਤੁਹਾਨੂੰ ਦਿਖਦੇ ਨੇ, ਤੁਸੀਂ ਬ੍ਰਾਡਕਾਸਟਿੰਗ ਅਥਾਰਟੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਤੇ ਉਧਰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਕਿਸਾਨਾਂ ਦੇ ਦਿੱਲੀ ਮੋਰਚੇ ਨੇ, ਉਹ ਕਾਫੀ ਜਲੌ ਦੇ ਵਿੱਚ ਦਿਖਾਈ ਦੇ ਰਹੇ ਨੇ। ਲੋਕਾਂ ਦੀਆਂ ਜਿਹੜੀਆਂ ਲੋਕਾਂ ਦੀ ਗਿਣਤੀ ਹੈ ਉੱਥੇ ਵੱਧ ਗਈ ਹੈ, ਸ਼ਮੂਲੀਅਤ ਵੱਧ ਗਈ ਹੈ। 23, 24 ਤੇ 25 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦੇ ਕਾਫਲੇ ਨੇ ਜਿਹੜੇ ਉਹ ਦਿੱਲੀ ਦੇ ਮੋਰਚਿਆਂ ਤੇ ਇਕੱਠੇ ਹੋ ਰਹੇ ਨੇ। 26 ਨਵੰਬਰ ਨੂੰ ਵਰ੍ਹੇਗੰਢ ਮਨਾਈ ਜਾਏਗੀ। 12 ਮਹੀਨੇ ਪੂਰੇ ਹੋਣ ਦੇ ਜਿਹੜੇ ਸਮਾਗਮ ਮਨਾਏ ਜਾਣਗੇ ਉਸ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ। 25 ਨਵੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦਿਵਸ ਮਨਾਏ ਜਾਣ ਦੇ ਲਈ ਹੈਦਰਾਬਾਦ ਦੇ ਵਿੱਚ ਇੱਕ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ। 24 ਨਵੰਬਰ ਨੂੰ ਸਰ ਛੋਟੂ ਰਾਮ ਦੀ ਜਯੰਤੀ ਹੈ ਜਿਹੜੀ ਉਹ ਕਿਸਾਨ ਮਜ਼ਦੂਰ ਦਿਵਸ ਦੇ ਵਜੋਂ ਮਨਾਈ ਜਾਵੇਗੀ। ਕਿਸਾਨ ਮੋਰਚੇ ਨੇ ਵੀ ਦੱਸਿਆ ਹੈ ਕਿ ਸਿਰਫ ਪੰਜਾਬ, ਭਾਰਤ ਹੀ ਨਹੀਂ ਬਲਕਿ ਯੂਕੇ, ਫਰਾਂਸ, ਆਸਟਰੀਆ, ਆਸਟ੍ਰੇਲੀਆ, ਕੈਨੇਡਾ, ਨੀਦਰਲੈਂਡ ਤੇ ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਤੇ ਭਾਰਤੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਦੇ ਵਿੱਚ ਪ੍ਰਵਾਸੀ ਹੈਗੇ ਨੇ ਜਿਹੜੇ ਉੱਥੇ ਪ੍ਰਵਾਸੀ ਭਾਰਤੀ ਵਾਸਤੇ ਨੇ, ਖਾਸ ਕਰਕੇ ਸਿੱਖ ਭਾਈਚਾਰਾ। ਉਹਨਾਂ ਦੇ ਨਾਲ ਕੌਮਾਂਤਰੀ ਜਥੇਬੰਦੀਆਂ ਵੀ ਪ੍ਰੋਗਰਾਮਾਂ ਦੇ ਜਿਹੜੇ ਆਯੋਜਨ ਨੇ ਉਹ ਕਰ ਰਹੀਆਂ ਨੇ। ਜ਼ੀ ਨਿਊਜ਼ ਨੂੰ ਜਿੱਥੇ ਬ੍ਰਾਡਕਾਸਟਿੰਗ ਮਿਨਿਸਟਰੀ ਦੀ ਤਿੱਖੀ ਝਾੜ ਪਈ ਹੈ, ਉੱਥੇ ਜ਼ੀ ਨਿਊਜ਼ ਦੇ ਸਭ ਤੋਂ ਸੀਨੀਅਰ ਪੱਤਰਕਾਰ ਸੁਧੀਰ ਚੌਧਰੀ ਨੂੰ ਵੀ ਝਟਕਾ ਦਿੱਤਾ ਹੈ। ਦੁਬਈ ਦੌਰਾ ਜਿਹੜਾ ਰੱਦ ਹੋ ਗਿਆ ਹੈ ਸੁਧੀਰ ਚੌਧਰੀ ਦਾ। ਨਮੋਸ਼ੀ ਦਾ ਸਾਹਮਣਾ ਸੁਧੀਰ ਚੌਧਰੀ ਨੂੰ ਉਸ ਵਕਤ ਕਰਨਾ ਪਿਆ ਹੈ ਜਦੋਂ ਦੁਬਈ ਚਾਰਟਰਡ ਅਕਾਊਂਟੈਂਟਸ ਦੇ ਪ੍ਰੋਗਰਾਮ ਤੇ ਬੁਲਾਰੇ ਵਜੋਂ ਸੁਧੀਰ ਚੌਧਰੀ ਜਾ ਰਹੇ ਸੀ ਤਾਂ ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਨੂੰ ਅੱਤਵਾਦੀ ਐਲਾਨਦਿਆਂ ਮੁਸਲਮਾਨਾਂ, ਸਿੱਖਾਂ ਤੇ ਦਲਿਤਾਂ ਦੇ ਕਤਲੇਆਮ ਦਾ ਭਾਗੀਦਾਰ ਦੱਸਿਆ। ਇਸ ਕਰਕੇ ਸੁਧੀਰ ਦਾ ਦੁਬਈ ਦੌਰਾ ਰੱਦ ਹੋ ਗਿਆ। ਰਾਜਕੁਮਾਰੀ ਦੇ ਇਸ ਪ੍ਰਤੀਕਰਮ ਤੋਂ ਬਾਅਦ ਸੁਧੀਰ ਚੌਧਰੀ ਦਾ ਨਾਮ ਦੌਰੇ ਵਿੱਚੋਂ ਕੱਟ ਦਿੱਤਾ ਗਿਆ ਹੈ। ਰਾਜਕੁਮਾਰੀ ਨੇ ਇਹ ਟਵੀਟ ਕੀਤਾ ਸੀ। ਟਵੀਟ ਕਰਕੇ ਕਿਹਾ ਕਿ ਜਦੋਂ ਕੋਈ ਅਪਰਾਧੀ ਸਮਾਜ ਦੇ ਵਿੱਚ ਜ਼ਹਿਰ ਉਗਲਦਾ ਹੈ ਤਾਂ ਉਹ ਹਿੰਸਾ ਨੂੰ ਸੱਦਾ ਦਿੰਦਾ ਹੈ, ਜਿਹਦੇ ਨਾਲ ਘਰਾਂ, ਕਾਰੋਬਾਰਾਂ ਤੇ ਮਸੀਤਾਂ ਨੂੰ ਸਾੜ ਦਿੱਤਾ ਜਾਂਦਾ ਹੈ। ਮੈਂ UAE ਦੇ ਵਿੱਚ ਅਜਿਹੀ ਨਫ਼ਰਤ ਦਾ ਸਵਾਗਤ ਨਹੀਂ ਕਰਾਂਗੀ। ਸ਼ਹਿਜ਼ਾਦੀ ਨੇ ਸਵਾਲ ਕੀਤਾ ਹੈ ਕਿ UAE ਇਸ ਤਰ੍ਹਾਂ ਦੇ ਅੱਤਵਾਦੀ ਨੂੰ ਇੱਥੇ ਕਿਉਂ ਲਿਆ ਰਹੀ ਹੈ। ਉਸਨੇ ਲਿਖਿਆ ਕਿ 2019 ਤੇ 2020 ਵਿੱਚ ਸੁਧੀਰ ਚੌਧਰੀ ਨੇ ਜ਼ੀ ਨਿਊਜ਼ ਤੇ ਸਿਟੀਜ਼ਨਸ਼ਿਪ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਪ੍ਰੋਗਰਾਮ ਚਲਾਏ ਸੀ। ਸੁਧੀਰ ਨੇ ਸ਼ਾਹੀਨ ਬਾਗ, ਨਵੀਂ ਦਿੱਲੀ ਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਮੁਸਲਿਮ ਵਿਦਿਆਰਥੀਆਂ ਤੇ ਔਰਤਾਂ ਦੇ ਖਿਲਾਫ ਝੂਠੀਆਂ ਕਹਾਣੀਆਂ ਫੈਲਾਈਆਂ ਸੀ। ਸੁਧੀਰ ਚੌਧਰੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ। ਇਸ ਕਰਕੇ ਇਹਨਾਂ ਨੂੰ ਦੁਬਈ ਆਉਣ ਦਾ ਕੋਈ ਹੱਕ ਨਹੀਂ ਹੈ। ਸੋ ਜ਼ੀ ਨਿਊਜ਼ ਅਦਾਰੇ ਸਮੇਤ ਜ਼ੀ ਨਿਊਜ਼ ਦੇ ਇਸ ਵੱਡੇ ਪੱਤਰਕਾਰ ਨੂੰ ਤਿੱਖਾ ਝਟਕਾ ਲੱਗਿਆ ਹੈ ਤੇ ਇਹ ਹੁੰਦਾ ਹੈ ਉਹ ਸਮਾਂ ਜਦੋਂ ਤੁਸੀਂ ਇੱਕ ਜ਼ਿੰਮੇਦਾਰ ਥਾਂ ਦੇ ਉੱਤੇ ਖੜ ਕੇ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ। ਮੀਡੀਆ ਲੋਕਾਂ ਦੇ ਹੱਕ ਦੀ, ਲੋਕਾਂ ਦੀ ਗੱਲ ਕਰਨ ਦੇ ਲਈ ਲਿਆਂਦਾ ਗਿਆ ਹੈ। ਇਸ ਨੂੰ ਲੋਕਤੰਤਰ ਦਾ ਥੰਮ ਕਿਹਾ ਜਾਂਦਾ ਹੈ ਤੇ ਜੇ ਤੁਸੀਂ ਇਸ ਥੰਮ ਦੀ ਗਲਤ ਵਰਤੋਂ ਕਰਦੇ ਹੋ, ਜੇ ਤੁਸੀਂ ਸਰਕਾਰਾਂ ਦੇ ਤਲੇ ਚੱਟ ਕੇ, ਉਹਨਾਂ ਦੀਆਂ ਤਲੀਆਂ ਚੱਟ ਕੇ ਤੁਸੀਂ ਉਹਨਾਂ ਦੇ ਹੀ ਪ੍ਰੋਗਰਾਮ ਦਿਖਾਉਂਦੇ ਹੋ, ਆਪਣੇ ਪ੍ਰੋਗਰਾਮਾਂ ਦੇ ਵਿੱਚ ਝੂਠੀ ਪ੍ਰਸ਼ੰਸਾ ਕਰਦੇ ਹੋ, ਤਾਂ ਫਿਰ ਇੱਕ ਨਾ ਇੱਕ ਦਿਨ ਤੁਹਾਨੂੰ ਇਹ ਦਿਨ ਦੇਖਣਾ ਪੈ ਹੀ ਜਾਂਦਾ ਹੈ। ਉਧਰ ਕੰਗਣਾ ਰਣੌਤ ਦੇ ਘਰ ਦੇ ਬਾਹਰ ਵੀ ਕਿਸਾਨ ਪਹੁੰਚ ਗਏ ਨੇ। ਕਿਸਾਨਾਂ ਨੇ ਕੰਗਣਾ ਰਣੌਤ ਨੇ ਮੁੰਬਈ ਵਾਲੇ ਘਰ ਦਾ ਘਿਰਾਓ ਕੀਤਾ ਹੈ। ਆਖਿਰਕਾਰ ਉੱਥੇ ਵੀ ਕਿਸਾਨ ਪਹੁੰਚ ਗਏ ਨੇ। ਇੱਕ ਦਿਨ ਪਹਿਲਾਂ DSGMC ਦੇ ਜਿਹੜੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੁੰਬਈ ਦੇ ਵਿੱਚ ਜਾ ਕੇ ਕੰਗਣਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਿਸਾਨ ਤਾਂ ਕਹਿੰਦੇ ਨੇ ਕਿ ਇਸ ਨੂੰ ਜ਼ਿਆਦਾ ਭਾਅ ਦੇਣ ਦੀ ਲੋੜ ਹੀ ਨਹੀਂ ਹੈ, ਇਸ ਨੂੰ ਇਗਨੋਰ ਕੀਤਾ ਜਾਵੇ। ਪਰ ਪ੍ਰਦਰਸ਼ਨਕਾਰੀ ਕਿਸਾਨ ਜਿਹੜੇ ਹੈਗੇ ਨੇ ਕੰਗਣਾ ਰਣੌਤ ਤੋਂ ਸਿੱਖਾਂ ਦੇ ਲਈ ਬੋਲੀ ਮਾੜੀ ਭਾਸ਼ਾ ਵਾਪਸ ਲੈਣ ਦੀ ਮੰਗ ਵੀ ਕਰ ਰਹੇ ਨੇ। ਕਿਸਾਨਾਂ ਵਿੱਚ ਕੰਗਣਾ ਦੇ ਉਸ ਬਿਆਨ ਨੂੰ ਲੈ ਕੇ ਭਾਰੀ ਰੋਸ ਹੈ ਜਿਸ ਵਿੱਚ ਉਸਨੇ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਜਿਹੜੀ ਇੰਦਰਾ ਗਾਂਧੀ ਦੇ ਵੱਲੋਂ ਸਿੱਖਾਂ ਨੂੰ ਮੱਛਰ ਦੀ ਤਰ੍ਹਾਂ ਕੁਚਲ ਦੇਣ ਦੀ ਬੇਤੁਕੀ ਗੱਲ ਕਹੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ 1984 ਲਈ ਸਿੱਖਾਂ ਤੋਂ ਮਾਫੀ ਮੰਗਦੀ ਹੈ। ਕੰਗਣਾ ਰਣੌਤ ਤੂੰ ਕੀ ਚੀਜ਼ ਹੈ, ਤੂੰ ਵੀ ਜਾਣਦੀ ਹੈ। ਤੂੰ ਅੱਜ ਸਿੱਖਾਂ ਨੂੰ ਲਲਕਾਰਿਆ, ਸਾਨੂੰ ਮੱਛਰ ਕਿਹਾ, ਇਸ ਲਈ ਅੱਜ ਤੂੰ ਮੌਰਟਿਨ ਗੁੱਡ ਨਾਈਟ ਲੈ ਕੇ ਆ। ਅੱਜ ਸ਼ੇਰ ਤੇਰੇ ਘਰ ਆਇਆ, ਹਿੰਮਤ ਹੈ ਤਾਂ ਥੱਲੇ ਆ ਕੇ ਵਿਖਾ। ਅੱਜ ਜਾਂ ਤਾਂ ਤੂੰ ਨਹੀਂ ਜਾਂ ਫਿਰ ਅਸੀਂ ਨਹੀਂ। ਇਸ ਤਰ੍ਹਾਂ ਦੀ ਜਿਹੜੇ ਡਾਇਲੌਗ ਨੇ ਉਹ ਉਹਨਾਂ ਨੇ ਉੱਥੇ ਜਾ ਕੇ ਬੋਲੇ ਨੇ। ਕਿਸਾਨਾਂ ਨੇ ਮੁੰਬਈ ਦੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਕੰਗਣਾ ਦੇ ਘਰ ਦੇ ਬਾਹਰ ਇਕੱਠੇ ਹੋਣ, ਇਸ ਔਰਤ ਨੂੰ ਮੁੰਬਈ ਚੋਂ ਬਾਹਰ ਕੱਢਿਆ ਜਾਵੇ। ਔਰਤ ਮੁੰਬਈ ਮਹਾਰਾਸ਼ਟਰ ਦੇ ਲਈ ਕੈਂਸਰ ਹੈ। ਇਸਨੇ ਸਿਰਫ ਸਿੱਖਾਂ ਨੂੰ ਹੀ ਨਹੀਂ ਬਲਕਿ ਪਹਿਲਾਂ ਸਾਡੇ ਮੁੰਬਈ ਦਾ ਪਾਕਿਸਤਾਨ ਦੇ ਨਾਲ ਮੁਕਾਬਲਾ ਕੀਤਾ ਸੀ। कंगना रनावत मुर्दाबाद। वाहिगुरु जी का खालसा, वाहिगुरु जी की फतेह। आज मुंबई में हम यहाँ पर कंगना रनावत के घर के बाहर खड़े हैं।
सुबह की बात है, कंगना रनावत इंस्टाग्राम पर आके बोलती है कि इंदिरा गांधी ने सिखों को मच्छर के जैसे मारा था। अरे आज भी कांग्रेस पार्टी में मनमोहन सिंह हो, सोनिया गांधी हो, राहुल गांधी हो, सिखों से 1984 के लिए माफी मांगते हैं। और तू कंगना रनावत, तू क्या चीज है, तू कौन है, तुझे अपने आप पता है। और आज तूने ये सिख कौम को ललकारा दिया है, हमें मच्छर कहा है, तो आज तू मोर्टीन ले ले, तू गुड नाइट ले ले। ये शेर तेरे घर के बाहर आए हैं, हिम्मत है नीचे आके दिखा दा, या तो तू नहीं या तो हम नहीं। और आज यहाँ पर मुंबई में हम विनती करते हैं हमारे सब सिख भाइयों को, आओ ये औरत को मुंबई से बाहर निकाले। ये मुंबई के लिए, हमारे महाराष्ट्र के लिए कैंसर की बीमारी है। ਅਗਲੀ ਖਬਰ ਖੇਤੀ ਕਾਨੂੰਨਾਂ ਦੇ ਨਾਲ ਜੁੜੀ ਹੋਈ ਹੈ। ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਦੇ ਮੈਂਬਰਾਂ ਦੇ ਵਿੱਚੋਂ ਅਨਿਲ ਘਣਵਤ ਨੇ ਭਾਰਤ ਦੇ ਚੀਫ ਜਸਟਿਸ CJI ਨੂੰ ਚਿੱਠੀ ਲਿਖੀ ਹੈ ਅਤੇ 3 ਖੇਤੀ ਕਾਨੂੰਨਾਂ ਬਾਰੇ ਰਿਪੋਰਟ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਰਿਪੋਰਟ ਜਾਰੀ ਕਰਨ ਬਾਰੇ ਵਿਚਾਰ ਕਰੋ ਤੇ ਉਸ ਨੂੰ ਜਾਰੀ ਕਰੋ। ਘਣਵਤ ਜਿਹੜੇ ਕਿ ਸ਼ੇਤਕਾਰੀ ਜਥੇਬੰਦੀ ਦੇ ਸੀਨੀਅਰ ਲੀਡਰ ਨੇ, ਉਸਨੇ ਵੱਖਰੇ ਤੌਰ ਤੇ ਮੀਡੀਆ ਨੂੰ ਕਿਹਾ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ 1 ਲੱਖ ਕਿਸਾਨਾਂ ਨੂੰ ਅਸੀਂ ਦਿੱਲੀ ਦੇ ਵਿੱਚ ਲਾਮਬੰਦ ਕਰਾਂਗੇ ਜੋ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਵੀ ਲੋੜੀਂਦੇ ਖੇਤੀ ਸੁਧਾਰਾਂ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ MSP ਨੂੰ ਕਾਨੂੰਨੀ ਗਰੰਟੀ ਬਣਾਉਣ ਤੇ MSP ਤੇ ਸਾਰੀਆਂ ਖੇਤੀ ਫਸਲਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਦੀ ਮੰਗ ਵਿਹਾਰਕ ਹੈ, ਲਾਗੂ ਕਰਨ ਯੋਗ ਨਹੀਂ ਹੈ। ਪੱਤਰ ਵਿੱਚ ਉਹਨਾਂ ਕਿਹਾ ਕਿ ਸੰਸਦ ਦੇ ਆਉਂਦੇ ਸਰਦਰਦ ਸੈਸ਼ਨ ਦੇ ਵਿੱਚ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਪੈਨਲ ਦੀ ਰਿਪੋਰਟ ਦੀ ਹੁਣ ਕੋਈ ਵੁਕਤ ਹੀ ਨਹੀਂ ਰਹਿ ਗਈ, ਪਰ ਸਿਫਾਰਿਸ਼ਾਂ ਨੇ ਜਿਹੜੀਆਂ ਉਹ ਜਨਤਕ ਹਿੱਤ ਦੀਆਂ ਨੇ, ਰਿਪੋਰਟ ਜਾਰੀ ਹੋਣੀ ਚਾਹੀਦੀ ਹੈ। ਸੋ ਘਣਵਤ ਹੈਗੇ ਨੇ ਜਿਹੜੇ ਉਹ ਚੀਫ ਜਸਟਿਸ ਨੂੰ ਅਪੀਲ ਕਰਨ ਦੀ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਉਸ ਦੇ ਵਿੱਚ ਉਹ ਦੋਗਲੀਆਂ ਜੀਆਂ ਗੱਲਾਂ ਕਰ ਰਹੇ ਨੇ। ਯੂਪੀ ਦੇ ਕਾਨਪੁਰ ਤੋਂ ਖਬਰ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ JP ਨੱਡਾ ਪਹੁੰਚੇ। ਗੁਰੂ ਘਰ ਦੇ ਵਿੱਚ ਇੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਲਈ ਜਿੰਨਾ ਕੰਮ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ, ਇਹ ਦਾਅਵਾ ਕੀਤਾ। ਨੱਡਾ ਨੇ ਯੂਪੀ ਦੇ ਦੌਰੇ ਦੇ ਦੂਸਰੇ ਦਿਨ ਨਾਮਦੇਵ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਕਿਹਾ ਕਿ ਮੈਂ BJP ਦਾ ਸਿਪਾਹੀ ਹੋਣ ਦੇ ਨਾਤੇ ਗੁਰੂ ਨਾਮਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦਾ ਹੋਇਆ ਮਾਣ ਨਾਲ ਕਹਿੰਦਾ ਕਿ ਜਿੰਨਾ ਕੰਮ ਮੋਦੀ ਨੇ ਸਿੱਖਾਂ ਲਈ ਕੀਤਾ ਉਹਨਾਂ ਹੋਰ ਕਿਸੇ ਨੇ ਨਹੀਂ ਕੀਤਾ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਵਿੱਚ 4 ਸਿੱਖ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿਆਪੀ ਹੰਗਾਮੇ ਤੋਂ ਬਾਅਦ BJP ਦੇ ਕੌਮੀ ਪ੍ਰਧਾਨ ਨੱਡਾ ਪਹਿਲੀ ਵਾਰੀ ਯੂਪੀ ਦੇ ਵਿੱਚ ਸਿੱਖਾਂ ਦੇ ਵਿਚਾਲੇ ਪਹੁੰਚੇ ਤੇ ਇੱਥੇ ਵੀ ਦੇਖਣ ਨੂੰ ਮਿਲਿਆ ਕਿ ਸਿੱਖਾਂ ਨੇ JP ਨੱਡਾ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਵੀ ਕੀਤਾ ਤੇ ਕਈ ਲੋਕ TV ਤੇ ਤਸਵੀਰਾਂ ਦੇਖ ਕੇ ਕਹਿੰਦੇ ਵੀ ਦਿਖਾਈ ਦਿੱਤੇ ਕਿ ਸਿੱਖ ਨੇ ਜਿਹੜੇ ਉਹ ਬਹੁਤ ਜਲਦੀ ਜਿਹੜੇ ਮਾਫ ਕਰਨ ਵਾਲੀ ਕੌਮ ਹੈਗੀ ਹੈ ਤੇ ਬਹੁਤ ਹੀ ਛੇਤੀ ਉਹਨਾਂ ਨੇ JP ਨੱਡਾ ਨੂੰ ਸਿਰੋਂ ਪਾਉ ਵੀ ਦੇ ਦਿੱਤਾ ਹੈ। ਹਾਲਾਂਕਿ ਯੂਪੀ ਦੇ ਜਿਹੜੇ ਕੁਝ ਸਿੱਖ ਹੈਗੇ ਨੇ, ਕਿਸਾਨ ਹੈਗੇ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਵਿਸ਼ੇਸ਼ ਪਾਰਟੀ ਦੇ ਨਾਲ ਜੁੜੇ ਹੋਏ ਸਿੱਖ ਹੋ ਸਕਦੇ ਨੇ, ਇਹਨਾਂ ਨੂੰ ਸਾਰਾ ਸਿੱਖ ਭਾਈਚਾਰਾ ਨਹੀਂ ਮੰਨਿਆ ਜਾਣਾ ਚਾਹੀਦਾ, ਪਰ ਕਿਉਂਕਿ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਤਾਂ ਫਿਰ ਗੱਲ ਇਹੀ ਜਾਂਦੀ ਹੈ, ਮੈਸੇਜ ਇਹੀ ਜਾਂਦਾ ਕਿ ਸਿੱਖਾਂ ਨੇ BJP ਦੇ ਕੌਮੀ ਪ੍ਰਧਾਨ ਨੂੰ ਸਨਮਾਨਿਤ ਕੀਤਾ। ਉਧਰ ਕਾਂਗਰਸ ਦੇ ਲੀਡਰ ਸਚਿਨ ਪਾਇਲਟ ਨੇ ਕਿਹਾ ਕਿ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਮੋਦੀ ਸਰਕਾਰ ਤੇ ਕਿਸਾਨਾਂ ਦੀ ਬੇਭਰੋਸਗੀ ਖਤਮ ਨਹੀਂ ਹੋਵੇਗੀ। BJP ਨੂੰ ਆਉਣ ਵਾਲੇ ਸਮੇਂ ਵਿੱਚ ਚੋਣਾਂ ਦੌਰਾਨ ਇਸ ਦੇ ਨਤੀਜੇ ਭੁਗਤਣੇ ਹੀ ਪੈਣਗੇ। ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨਾ ਸਿਰਫ MSP ਦੀ ਕਾਨੂੰਨੀ ਗਰੰਟੀ ਦੇਵੇ ਬਲਕਿ ਉਪਜ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੁਝ ਨਿਯਮ ਜਾਂ ਕਾਨੂੰਨ ਵੀ ਬਣਾਏ। ਪੰਜਾਬ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਤੇ ਹੁਣ ਕਿਸੇ ਦੀ ਵੀ ਬਦਲੀ ਨਹੀਂ ਹੋ ਸਕੇਗੀ। ਯਾਨੀ ਕਿ ਇਸ ਐਲਾਨ ਤੋਂ ਬਾਅਦ ਹੁਣ ਅਧਿਆਪਕ ਵੀ ਇਹ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਇਹ ਐਲਾਨ ਸਾਡੇ ਤੇ ਵੀ ਲਾਗੂ ਹੁੰਦਾ ਹੈ ਜਾਂ ਨਹੀਂ, ਕਿਉਂਕਿ ਜਦੋਂ CM ਬਣੇ ਸੀ ਮੁੱਖ ਮੰਤਰੀ ਚੰਨੀ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਧਿਆਪਕਾਂ ਨੂੰ ਉਹਨਾਂ ਦੇ ਨੇੜੇ ਦੇ ਸਟੇਸ਼ਨ ਅਲਾਟ ਕੀਤੇ ਜਾਣ, ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ, ਪਰ ਇਹ ਐਲਾਨ ਵੀ ਹਲੇ ਹਵਾ ਦੇ ਵਿੱਚ ਹੀ ਤੁਰਿਆ ਫਿਰਦਾ ਹੈ, ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਤੇ ਉੱਤੋਂ ਜਿਹੜਾ ਮੁਲਾਜ਼ਮਾਂ ਬਦਲੀਆਂ ਕਰਨ ਤੇ ਮੁਕੰਮਲ ਪਾਬੰਦੀ ਲਾਈ ਗਈ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਦੇ ਮਨਸ਼ੇ ਦੇ ਉੱਤੇ ਕੋਈ ਵੀ ਸ਼ੱਕ ਨਹੀਂ ਰਹਿ ਜਾਂਦਾ। ਗੱਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਹੁਣ ਪੂਰੀਆਂ ਭੱਖ ਗਈਆਂ ਨੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਪੰਜਾਬ ਦੇ 2 ਦਿਨਾਂ ਦੌਰੇ ਤੇ ਪਹੁੰਚੇ ਹੋਏ ਸੀ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ, ਕਹਿੰਦੇ ਕਾਂਗਰਸ ਦੇ 25 ਦੇ ਕਰੀਬ MLA ਤੇ ਕੁਝ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਨੇ, ਪਰ ਅਸੀਂ ਕਾਂਗਰਸ ਦਾ ਕੂੜਾ ਆਪਣੀ ਪਾਰਟੀ 'ਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ।
ਅਰਵਿੰਦ ਕੇਜਰੀਵਾਲ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਕਾਂਗਰਸ ਦੇ ਜਿਹੜੇ ਐਮਐਲਏ ਨੇ, ਕਾਂਗਰਸ ਦੇ ਲੀਡਰ ਨੇ, ਉਹ ਵੀ ਭੱਖ ਗਏ। ਤਿੱਖਾ ਪ੍ਰਤੀਕਰਮ, ਤਿੱਖੀਆਂ ਟਿੱਪਣੀਆਂ ਆਈਆਂ ਜ਼ਾਹਿਰ ਤੌਰ ਤੇ, ਕਿਉਂਕਿ ਕੇਜਰੀਵਾਲ ਨੇ ਇਹਨਾਂ ਵਿਧਾਇਕਾਂ ਤੇ ਸਾਂਸਦਾਂ ਨੂੰ ਕੂੜਾ ਕਿਹਾ। ਹੁਣ ਕਿਹੜਿਆਂ ਨੂੰ ਕਿਹਾ, ਕੌਣ ਉਹ 25 ਲੋਕ ਨੇ, ਉਹਨਾਂ ਦੇ ਨਾਮ ਤਾਂ ਨਹੀਂ ਜਨਤਕ ਕੀਤੇ ਗਏ, ਪਰ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੇਜਰੀਵਾਲ ਨੂੰ ਚੈਲੰਜ ਕੀਤਾ ਕਿ ਜੇ ਕੇਜਰੀਵਾਲ ਨੇ ਮਾਂ ਦਾ ਦੁੱਧ ਪੀਤਾ ਤਾਂ ਉਹ ਸੂਚੀ ਜਾਰੀ ਕਰੇ ਕਿ ਕਿਹੜਾ ਕਾਂਗਰਸੀ ਵਿਧਾਇਕ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੁੰਦਾ ਹੈ। ਇਹਨਾਂ ਦੇ ਕਹਿੰਦੇ 20 ਦੇ ਵਿੱਚੋਂ 9 ਤਾਂ ਸਾਡੇ ਕੋਲੇ ਆ ਗਏ ਨੇ। ਝੂਠਾ ਬੰਦਾ ਹੈ, ਆਪਣੀ ਸਾਖ ਬਚਾਉਣ ਲਈ ਝੂਠ ਦਾ ਪੁਲੰਦਾ ਖੋਲ ਰਿਹਾ ਹੈ। ਵੈਦ ਨੇ ਕਿਹਾ ਕਿ ਸਾਡੇ ਲੀਡਰਾਂ ਨੂੰ ਕੂੜਾ ਦੱਸਦਾ ਹੈ, ਪਰ ਅਸੀਂ ਕਹਾਂਗੇ ਜਿਹੜੇ ਇਹਨਾਂ ਦੇ ਲੀਡਰ ਸਾਡੇ ਵਾਲੇ ਆਏ ਨੇ ਉਹ ਵਧੀਆ ਬੰਦੇ ਨੇ। ਫਿਰ ਉਹ ਹਲੇ ਅੜਿੱਕਾ ਹੈ ਨਾ ਜੀ, ਉਹਦਾ ਸੀਐਮ ਫੇਸ ਵਾਲਾ, ਉਹ ਕਰ ਲੈਂਦੇ ਉਹਨੂੰ, ਦਿਖਾ ਦਿਆਂਗੇ ਸਾਰੇ ਦਿਖਾ ਦਿਆਂਗੇ ਤੁਹਾਨੂੰ, ਕਿਉਂ ਘਬਰਾਉਣੇ ਹੋ? ਉਹ ਪਰ ਅਸੀਂ ਤਾਂ ਤੁਹਾਨੂੰ 9 ਦਿਖਾ ਰਹੇ ਹਾਂ ਨਾ, 9 ਆਮ ਆਦਮੀ ਪਾਰਟੀ ਦੇ ਐਮਐਲਏ ਸਾਡੇ ਨਾਲ ਖੜੇ ਨੇ, ਅਸੀਂ ਤਾਂ ਹਰ ਰੋਜ਼ ਵਿਖਾਉਣੇ ਆ। ਉਹ ਜਿਹੜੇ ਚਲੇ ਗਏ ਜੀ। ਹੁਣ ਇਹਨਾਂ ਨੂੰ ਐ ਤਾਂ ਕਈ ਸਟੇਟਾਂ 'ਚ ਕਾਂਗਰਸ ਸਾਰੀ ਦੀ ਸਾਰੀ ਚਲੀ ਗਈ ਬੀਜੇਪੀ 'ਚ। ਝੂਠ ਜੇ ਬੋਲਣਾ ਹੋਵੇ ਨਾ ਜੀ ਤੇ ਉਹ ਵੀ ਕੇਜਰੀਵਾਲ ਸਾਹਿਬ ਤੋਂ ਆਪਣਾ ਸਿੱਖ ਲਓ। ਵੈਸੇ ਮੈਂ ਇੱਕ ਓਨੈਸਟਲੀ ਗੱਲ ਦੱਸਦਾ ਪੰਜਾਬ ਦੇ ਲੋਕਾਂ ਨੂੰ, ਮੈਂ ਕੇਜਰੀਵਾਲ ਸਾਹਿਬ ਤੋਂ ਇਹੋ ਜਿਹਾ ਝੂਠ ਐਕਸਪੈਕਟ ਨਹੀਂ ਕਰਦਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਵੀ ਕਿਹਾ ਕਿ ਅਸੀਂ ਉਹ ਕਾਂਗਰਸੀ ਐਮਐਲਏ ਵੀ ਦਿਖਾ ਦੇਵਾਂਗੇ ਜਿਹੜੇ ਸਾਡੇ ਵੱਲ ਆ ਰਹੇ ਨੇ। ਸਾਡੇ ਜਿਹੜੇ ਕਾਂਗਰਸ ਵਿੱਚ ਗਏ ਨੇ ਉਹ ਚਲੇ ਗਏ। ਕਈ ਸੂਬਿਆਂ ਵਿੱਚ ਪੂਰੀ ਕਾਂਗਰਸ ਵੀ ਬੀਜੇਪੀ ਦੇ ਵਿੱਚ ਚਲੀ ਗਈ ਹੈ। ਪੰਜਾਬ ਦੇ ਸਾਰੇ ਲੀਡਰਾਂ ਨੇ ਹੀ ਬੇੜਾ ਗਰਕ ਕਰਤਾ। ਲਾਈਨ ਲਾ ਕੇ ਦੱਸ ਦੇਵਾਂਗੇ ਕਿਹੜੇ-ਕਿਹੜੇ ਐਮਐਲਏ ਨੇ ਜੋ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੰਧਵਾ ਨੇ ਕਿਹਾ ਕਿ ਝੂਠ ਤਾਂ ਚੰਨੀ ਸਾਹਿਬ ਬੋਲ ਰਹੇ ਨੇ, ਬਿਜਲੀ ਮੁਫਤ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਬਿਜਲੀ ਮੁਲਾਜ਼ਮ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਸੋ ਇੱਥੇ ਇੱਕ ਤਰੀਕੇ ਦੇ ਨਾਲ ਕੇਜਰੀਵਾਲ ਅਤੇ ਕੁਲਤਾਰ ਸੰਧਵਾ ਦੇ ਬਿਆਨ ਵੀ ਆਪਸ ਚ ਮੇਲ ਨਹੀਂ ਖਾ ਰਹੇ, ਕਿਉਂਕਿ ਕੇਜਰੀਵਾਲ ਕਹਿ ਰਹੇ ਨੇ ਕਿ ਆਉਣ ਨੂੰ ਤਿਆਰ ਨੇ ਪਰ ਅਸੀਂ ਕੂੜਾ ਨਹੀਂ ਲੈਣਾ, ਤੇ ਸੰਧਵਾ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੀ ਸੂਚੀ ਵੀ ਦਿਖਾ ਦੇਵਾਂਗੇ, ਲਾਈਨ ਲਾ ਕੇ ਦੱਸ ਦੇਵਾਂਗੇ ਕਿਹੜੇ-ਕਿਹੜੇ ਜਿਹੜੇ ਐਮਐਲਏ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਖੈਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਕੱਚੇ ਅਧਿਆਪਕ, ਠੇਕੇ ਤੇ ਰੱਖੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ। ਗਰੰਟੀ ਦਿੱਤੀ ਹੈ, ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਨੇ, ਜਾਂ ਕਹਿ ਸਕਦੇ ਹਾਂ ਕਿ ਸਿੱਖਿਆ ਖੇਤਰ ਨੂੰ 8 ਗਰੰਟੀਆਂ ਦਿੱਤੀਆਂ ਨੇ। ਸ਼ਾਨਦਾਰ ਸਿੱਖਿਆ ਪ੍ਰਬੰਧ ਤਿਆਰ ਕੀਤਾ ਜਾਏਗਾ, ਪਰ ਸ਼ਰਤ ਇੱਕ ਹੈ ਕਿ ਸਾਡੀ ਸਰਕਾਰ ਆਉਣੀ ਚਾਹੀਦੀ ਹੈ। ਠੇਕੇ ਤੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ। ਅਧਿਆਪਕਾਂ ਦੀ ਬਦਲੀ ਮਨਮਰਜ਼ੀ ਮੁਤਾਬਿਕ ਹੋਵੇਗੀ। ਅਧਿਆਪਕ ਗੈਰ ਵਿਦਿਅਕ ਡਿਊਟੀ ਨਹੀਂ ਕਰਨਗੇ। ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ। ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਵਾਈ ਜਾਏਗੀ। ਵਕਤ ਰਹਿੰਦਿਆਂ ਤਰੱਕੀ ਵੀ ਦਿੱਤੀ ਜਾਊਗੀ। ਸਾਰੇ ਅਧਿਆਪਕਾਂ ਦੇ ਪਰਿਵਾਰਾਂ ਦਾ ਕੈਸ਼ਲੈਸ ਸਿਹਤ ਬੀਮਾ ਹੋਏਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੰਘ ਸਿੱਧੂ ਦੀ ਬੇਬਾਕੀ ਦੀ ਸ਼ਲਾਘਾ ਵੀ ਕੀਤੀ। ਕਹਿੰਦੇ ਸਿੱਧੂ ਜਨਤਾ ਦੇ ਮੁੱਦੇ ਚੱਕ ਰਹੇ ਨੇ, ਪਰ ਸਾਰੀ ਕਾਂਗਰਸ ਸਿੱਧੂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਹੈ। ਪਹਿਲਾਂ ਕੈਪਟਨ ਸਿੱਧੂ ਨੂੰ ਦਬਾਉਣਾ ਚਾਹੁੰਦੇ ਸੀ ਤੇ ਹੁਣ ਸਾਰੀ ਕਾਂਗਰਸ ਸਿੱਧੂ ਨੂੰ ਦਬਾਉਣਾ ਚਾਹੁੰਦੀ ਹੈ, ਕਿਉਂਕਿ ਸਿੱਧੂ ਸੱਚ ਬੋਲਦੇ ਨੇ ਤੇ ਮੈਂ ਉਹਨਾਂ ਦੀ ਹਿੰਮਤ ਦੀ ਦਾਦ ਦਿੰਦਾ ਹਾਂ। सरकार बनने के तुरंत बाद जितने टीचर्स आउटसोर्सिंग पे काम कर रहे हैं और जितने टीचर्स ठेके पे काम कर रहे हैं उन सब लोगों को पक्का किया जाएगा। मेरी चन्नी साहब से रिक्वेस्ट है, उनसे अपील है कि आप इन टीचर्स की डिमांड्स को तुरंत पूरा कीजिए। या तो आप पूरा कीजिए, नहीं तो हमारी सरकार बनने के बाद हम पूरा करेंगे। दिल्ली में हमने आदेश पारित करके सारे काम विड्रॉ कर लिया। हमने कहा कि टीचर केवल टीचिंग का काम करेगा और टीचिंग के अलावा कोई टीचर बीएलओ नहीं है, कोई टीचर जनगणना का काम नहीं करता, कोई टीचर दूसरा काम नहीं करता। हाँ, अभी कोरोना के टाइम में जब स्कूल बंद थे उस वक्त हमने कोरोना का रिलीफ वर्क टीचर से कराया था। पंजाब के अंदर टीचर्स की ढेरों वैकेंसीज हैं। एक तरफ टीचर्स की वैकेंसीज हैं और दूसरी तरफ टीचर्स बेरोजगार घूम रहे हैं। तुरंत जैसे ही सरकार बनती है ये सारी वैकेंसीज एग्जाम लेके सारी वैकेंसीज तुरंत भरी जाएंगी, ताकि बच्चों को और पेरेंट्स को अपने टीचर्स मिल सकें और टीचर्स को रोजगार मिल सके। ਹੁਣ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੀ ਕਿ ਆਖਿਰਕਾਰ ਮੁੱਖ ਮੰਤਰੀ ਚਿਹਰਾ ਕੌਣ ਹੋਏਗਾ। ਕਿੰਨੀ ਵਾਰੀ ਅਰਵਿੰਦ ਕੇਜਰੀਵਾਲ ਆ ਗਏ ਨੇ, ਪਰ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਸੀਐਮ ਚਿਹਰੇ ਦਾ ਐਲਾਨ ਨਹੀਂ ਕੀਤਾ। ਤੇ ਐਤਕੀ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕੇਜਰੀਵਾਲ ਨੂੰ ਤਾਂ ਉਹਨਾਂ ਨੇ ਐਤਕੀ ਵੱਖਰਾ ਹੀ ਜਵਾਬ ਦਿੱਤਾ ਹੈ। ਹਾਲਾਂਕਿ ਪਹਿਲਾਂ ਰੌਚਕ ਗੱਲ ਜ਼ਰੂਰ ਦੱਸ ਦਿੰਦੇ ਆ ਕਿ ਜਦੋਂ ਕੇਜਰੀਵਾਲ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਦੋਂ ਕਰੋਗੇ, ਤਾਂ ਉੱਥੇ ਹਾਜ਼ਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਸੀ। ਕੇਜਰੀਵਾਲ
ਦੇ ਨਾਲ ਬੈਠੇ ਭਗਵੰਤ ਮਾਨ ਮੰਦ ਮੁਸਕਰਾਉਂਦੇ ਰਹੇ ਤੇ ਜਦੋਂ ਭਗਵੰਤ ਮਾਨ ਨੇ ਹੱਥ ਚੁੱਕ ਕੇ ਵਰਕਰਾਂ ਨੂੰ ਨਾਅਰੇਬੰਦ ਕਰਨ ਦਾ ਇਸ਼ਾਰਾ ਕੀਤਾ ਤਾਂ ਕੇਜਰੀਵਾਲ ਨੇ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਸਪਸ਼ਟ ਕੀਤਾ ਕਿ ਮੈਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਾਂ। ਪਿਛਲੀ ਵਾਰੀ ਉਹਨਾਂ ਨੇ ਕੁਝ ਹੋਰ ਕਿਹਾ ਸੀ, ਉਸ ਤੋਂ ਪਿਛਲੀ ਵਾਰੀ ਕੁਝ ਹੋਰ ਕਿਹਾ ਸੀ, ਉਹ ਤੋਂ ਪਿਛਲੀ ਵਾਰੀ ਕੁਝ ਹੋਰ ਕਿਹਾ ਸੀ ਤੇ ਹੁਣ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਅਸੀਂ ਕਰ ਦਿਆਂਗੇ। ਕਹਿੰਦੇ ਜਦੋਂ ਕੋਈ ਪਾਰਟੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਦੀ ਹੈ ਉਸ ਤੋਂ ਬਾਅਦ ਚੋਣ ਪ੍ਰਚਾਰ ਸਿਖਰਾਂ ਵੱਲ ਹੀ ਜਾਂਦਾ ਹੁੰਦਾ ਹੈ, ਇਸ ਲਈ ਸਾਡੀ ਪਾਰਟੀ ਰਣਨੀਤੀ ਦੇ ਤਹਿਤ ਹੀ ਐਲਾਨ ਕਰੇਗੀ। ਪੰਜਾਬ 'ਚ ਕਹਿੰਦੇ ਕਾਂਗਰਸ ਨੇ ਵੀ ਹਲੇ ਸੀਐਮ ਚਿਹਰੇ ਦਾ ਐਲਾਨ ਨਹੀਂ ਕੀਤਾ, ਦੱਸਿਆ ਨਹੀਂ ਕਿ ਅਗਲੇ ਸੀਐਮ ਚੰਨੀ ਹੋਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਜਾਂ ਫਿਰ ਸੁਖੀ ਰੰਧਾਵਾ। ਕਹਿੰਦੇ ਪਿਛਲੀ ਵਾਰੀ ਵੀ ਕਾਂਗਰਸ ਨੇ ਇੱਕ ਹਫ਼ਤਾ ਪਹਿਲਾਂ ਹੀ ਕੈਪਟਨ ਦੇ ਨਾਮ ਦਾ ਐਲਾਨ ਕੀਤਾ ਸੀ। ਬੀਜੇਪੀ ਨੇ ਹਲੇ ਯੂਪੀ ਦੇ ਵਿੱਚ ਸੀਐਮ ਚਿਹਰਾ ਨਹੀਂ ਐਲਾਨਿਆ, ਸੋ ਸਾਨੂੰ ਵੀ ਕੋਈ ਕਾਲੀ ਨਹੀਂ ਹੈ ਪਰ ਲੋਕਾਂ ਨੂੰ ਜ਼ਰੂਰ ਕਾਲੀ ਹੈ। पहली चीज ये एक मिनट मेरे को जवाब देने दो, मेरे को पता था ये पूछेंगे। सबसे पहले हर पार्टी या तो सीएम कैंडिडेट डिक्लेयर करती है और या नहीं करती है। अगर करती है, सीएम कैंडिडेट डिक्लेयर करने के बाद चुनाव फिर ऊपर ही जा सकता है, वो फिर नीचे नहीं आ सकता, वो पीक पे ही जा सकता है। जो पार्टी चुनाव के पहले ये रणनीति बनाती है कि हम सीएम कैंडिडेट डिक्लेयर करेंगे, वो बिल्कुल चुनाव के करीब आने के ऊपर करती है, कोड लगने के करीब आने पे या कोड लगने के बाद करती है। अभी किसी पार्टी ने डिक्लेयर नहीं किया, मैं आपको ये अश्योरेंस दे रहा हूं, बाकियों से पहले कर देंगे हम। ਕੇਜਰੀਵਾਲ ਨੇ ਐਤਕੀ ਵੀ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ। ਅੰਮ੍ਰਿਤਸਰ ਦੇ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਕਰਦਿਆਂ ਉਹਨਾਂ ਨੇ ਵਪਾਰੀਆਂ ਨੂੰ ਵੀ ਉਹੀ ਜਿਹੜੇ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀ, ਗਰੰਟੀਆਂ ਦਿੱਤੀਆਂ ਸੀ, ਉਹੀ ਦਿੱਤੀਆਂ ਨੇ। ਇਹ ਵੀ ਕਿਹਾ ਕਿ ਜਿੰਨਾ ਸਾਡਾ ਯੂਥ ਬਾਹਰਲੇ ਮੁਲਕਾਂ ਦੇ ਵਿੱਚ ਗਿਆ ਹੈ ਇੱਕ ਇੱਕ ਕਰਕੇ ਅਸੀਂ ਵਾਪਸ ਲੈ ਕੇ ਆਵਾਂਗੇ। ਸੋ ਇਹ ਜਿਹੜਾ ਐਲਾਨ ਹੈਗਾ ਉਹ ਸੱਚੀ ਮੁੱਚੀ ਹਵਾ ਦੇ ਵਿੱਚ ਲੱਗਦਾ ਹੈ। ਉਸੇ ਤਰ੍ਹਾਂ ਜਿਵੇਂ ਮੋਦੀ ਸਰਕਾਰ ਨੇ ਕਿਹਾ ਸੀ ਕਿ ਸਵਿਸ ਬੈਂਕਾਂ ਦਾ ਕਾਲਾ ਧਨ ਅਸੀਂ ਲਿਆਵਾਂਗੇ ਤੇ ਫਿਰ ਸਾਰਾ ਇੱਥੇ ਲੋਕਾਂ ਨੂੰ ਵੰਡ ਦਿਆਂਗੇ। 15-15 ਲੱਖ ਦਾ ਵੀ ਐਲਾਨ ਕੀਤਾ ਸੀ, ਕੁਝ ਨਹੀਂ ਹੋਇਆ, ਦੂਜੀ ਵਾਰੀ ਵੀ ਸਰਕਾਰ ਬਣ ਗਈ। ਖੈਰ ਕੇਜਰੀਵਾਲ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ, ਕਹਿੰਦੇ ਸਾਡੀ ਸਰਕਾਰ ਬਣਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ, ਸਾਰੇ ਫੈਸਲੇ ਵਪਾਰੀ ਲੈਣਗੇ, ਹਫਤਾ ਰਾਜ ਗੁੰਡਾ ਟੈਕਸ ਬੰਦ ਹੋਏਗਾ, ਵਪਾਰੀ ਨਿਡਰ ਹੋ ਕੇ ਆਪਣਾ ਵਪਾਰ ਕਰਨਗੇ, ਸਰਕਾਰ ਬਣਨ ਤੇ ਵੈਟ ਦੇ ਕਈ ਹਜ਼ਾਰ ਕਰੋੜਾਂ ਦੇ ਫੰਡ ਵਾਪਸ ਕੀਤੇ ਜਾਣਗੇ, 24 ਘੰਟੇ ਬਿਜਲੀ ਵਪਾਰੀਆਂ ਨੂੰ ਦੇਵਾਂਗੇ, ਪੰਜਾਬ ਬਾਜ਼ਾਰ ਦਾ ਇੱਕ ਪੋਰਟਲ ਬਣਾਵਾਂਗੇ, ਪੰਜਾਬ ਦਾ ਹਰ ਵਪਾਰੀ ਆਪਣਾ ਮਾਲ ਦੁਨੀਆ ਦੇ ਵਿੱਚ ਦਿਖਾ ਸਕੂਗਾ, ਵਪਾਰੀਆਂ ਲਈ ਵੱਖਰਾ ਸਿਕਿਉਰਿਟੀ ਇੰਤਜ਼ਾਮ ਕਰਾਂਗੇ, ਫੋਕਲ ਪੁਆਇੰਟ ਵਧਾਵਾਂਗੇ, ਜੋ ਪਹਿਲਾਂ ਤੋਂ ਹੀ ਫੋਕਲ ਪੁਆਇੰਟ ਨੇ ਉਹਨਾਂ ਵਿੱਚ ਇਨਫਰਾਸਟ੍ਰਕਚਰ ਦੀ ਵਿਵਸਥਾ ਕਰਾਂਗੇ, ਪਰ ਇਹ ਤਾਂ ਕਰਾਂਗੇ ਜੇ ਸਾਡੀ ਸਰਕਾਰ ਬਣੂਗੀ। ਤੇ ਕੇਜਰੀਵਾਲ ਨੇ ਵਪਾਰੀਆਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਹੁਣ ਗੱਲ ਆਉਂਦੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਿਹੜੇ ਸਵਾਲ ਦਾ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਚੰਨੀ ਕਹਿ ਰਹੇ ਨੇ ਕਿ ਉਹ ਗਊ ਦਾ ਦੁੱਧ ਚੋ ਲੈਂਦੇ ਨੇ, ਗੋਲੀਆਂ ਖੇਡ ਲੈਂਦੇ ਨੇ, ਇਸ ਲਈ ਉਹ ਅਸਲੀ ਆਮ ਆਦਮੀ ਨੇ। ਪਰ ਮੈਂ ਕਹਿਣਾ ਕਿ ਮੈਨੂੰ ਗੋਲੀਆਂ ਖੇਡਣੀਆਂ ਤਾਂ ਨਹੀਂ ਆਉਂਦੀਆਂ, ਪਰ ਮੈਨੂੰ ਸਕੂਲ ਬਣਾਉਣੇ ਆਉਂਦੇ ਨੇ। ਮੈਨੂੰ ਗਊਆਂ ਦਾ ਦੁੱਧ ਨਹੀਂ ਚੋਣਾ ਆਉਂਦਾ, ਪਰ ਮੈਨੂੰ ਮੁਹੱਲਾ ਕਲੀਨਿਕ ਬਣਾਉਣਾ ਆਉਂਦਾ ਹੈ। ਮੈਨੂੰ ਘੁੰਮ ਕੇ ਸ਼ੋਅ ਕਰਨਾ ਨਹੀਂ ਆਉਂਦਾ, ਪਰ ਮੈਨੂੰ ਮੁਫਤ ਦਵਾਈਆਂ ਤੇ ਇਲਾਜ ਦੇਣਾ ਆਉਂਦਾ ਹੈ। ਮੈਂ ਡਰਾਮੇਬਾਜ਼ੀ ਕਰਨੀ ਨਹੀਂ ਜਾਣਦਾ, ਪਰ ਮੈਨੂੰ ਲੋਕਾਂ ਦੀ ਸਾਰ ਲੈਣਾ ਆਉਂਦਾ ਹੈ। ਇਹ ਜਵਾਬ ਦਿੱਤਾ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਲਪੇਟੇ 'ਚ ਲਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਕੇਜਰੀਵਾਲ ਨੇ ਚੰਨੀ ਨੂੰ ਲਪੇਟੇ 'ਚ ਲਿਆ ਸੀ। ਸੋ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਹੁਣ ਤੁਸੀਂ ਨਿਤ ਦਿਨ ਦੇਖੋਗੇ, ਦੇਖ ਕੇ ਸੁਣ ਕੇ ਅੱਕ ਵੀ ਜਾਓਗੇ, ਕਿਉਂਕਿ ਹਰ 5 साल बाद इसी तरह ही होता है। मैं उनसे 100% सहमत हूं। मेरे को गिल्ली डंडा खेलना नहीं आता, मेरे को कंचे खेलने नहीं आते, मेरे को बच्चों के स्कूल बनाने आते हैं, मेरे को अच्छी शिक्षा देनी आती है, मेरे को बच्चों का भविष्य बनाना आता है, मेरे को गाय का दूध निकालना नहीं आता, पर मेरे को आपके लिए मोहल्ला क्लिनिक बनाने आते हैं, मेरे को आपके लिए अस्पताल बनाने आते हैं, मेरे को 10-10 कैमरे लेके 24 घंटे घूम के शूटिंग कराना नहीं आता, लेकिन मेरे को आपके बच्चों के लिए, आपके परिवार के लिए अस्पताल बनाने आते हैं, मुफ्त इलाज, मुफ्त दवाइयाँ देना आता है। मेरे को झूठे ऐलान करने नहीं आते, मेरे को आपकी बिजली मुफ्त करनी आती है, आपकी बिजली 24 घंटे करनी आती है।
पंजाब की जनता तय करेगी कि उनको नौटंकी करने वाली सरकार चाहिए कि काम करने वाली सरकार चाहिए। ਤੇ ਅਰਵਿੰਦ ਕੇਜਰੀਵਾਲ ਨੇ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਇਹ ਜਵਾਬ ਹੀ ਨਹੀਂ ਦਿੱਤੇ। ਇੱਕ ਦਿਨ ਪਹਿਲਾਂ ਉਹਨਾਂ ਨੇ ਨਕਲੀ ਕੇਜਰੀਵਾਲ ਕਿਹਾ ਸੀ, ਮੁੱਖ ਮੰਤਰੀ ਚੰਨੀ ਨੂੰ ਵੱਡਾ ਹਮਲਾ ਕੀਤਾ ਸੀ ਤੇ ਹੁਣ ਤਾਂ ਆਮ ਆਦਮੀ ਪਾਰਟੀ ਪੰਜਾਬ ਨੇ ਪੋਸਟਰ ਵੀ ਜਾਰੀ ਕਰ ਦਿੱਤਾ ਹੈ। ਕਿਹਾ ਕਿ ਚੰਨੀ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਚੋਰੀ ਕਰਦੇ ਨੇ। ਫੇਸਬੁੱਕ ਸਫੇ ਤੇ ਇੱਕ ਪੋਸਟਰ ਜਾਰੀ ਕੀਤਾ ਗਿਆ, ਚੰਨੀ ਦੀ ਫੋਟੋ ਦੇ ਨਾਲ ਲਿਖਿਆ ਕਿ ਨਕਲੀ ਕੇਜਰੀਵਾਲ ਹੈ, ਇਹਨਾਂ ਤੋਂ ਸਾਵਧਾਨ ਰਹੋ, ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਦਿੱਲੀ ਤੋਂ ਪੰਜਾਬ ਦੌਰੇ ਤੇ ਆਏ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਆਮ ਆਦਮੀ ਹੋਣ ਦਾ ਫੋਕਾ ਦਿਖਾਵਾ ਕਰ ਰਹੇ ਨੇ, ਇਸ ਕਰਕੇ ਲੋਕ ਚੰਨੀ ਕੋਲੋਂ ਬਚ ਕੇ ਰਹਿਣ। ਦਾਅਵਾ ਕੀਤਾ ਸੀ, ਕਹਿੰਦੇ ਜਿਹੜਾ ਐਲਾਨ ਮੈਂ ਕਰਕੇ ਜਾਣਾ 2 ਦਿਨ ਬਾਅਦ ਚੰਨੀ ਕਰ ਦਿੰਦੇ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੰਗਾ ਪਹੁੰਚੇ ਸੀ, ਜਿੱਥੇ ਉਹਨਾਂ ਨੇ 25 ਕਰੋੜ ਦੀ ਗ੍ਰਾਂਟ ਬੰਗਾ ਕਸਬੇ ਨੂੰ ਦੇਣ ਦਾ ਐਲਾਨ ਕੀਤਾ ਹੈ। ਬੰਗਾ ਦੇ ਵਿੱਚ ਇੱਕ ਡਿਗਰੀ ਕਾਲਜ ਡਾਕਟਰ ਅੰਬੇਦਕਰ ਦੇ ਨਾਮ ਤੇ ਬਣਾਇਆ ਜਾਵੇਗਾ, 15 ਕਰੋੜ ਰੁਪਈਆ ਲੱਗੇਗਾ। ਪੜ੍ਹਾਈ ਤੋਂ ਬਿਨਾਂ ਕੋਈ ਵੀ ਇਲਾਕਾ ਕਹਿੰਦੇ ਤਰੱਕੀ ਨਹੀਂ ਕਰ ਸਕਦਾ। ਖਟਕੜ ਕਲਾਂ ਦੇ ਵਿੱਚ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਬਣਾਇਆ ਜਾਵੇਗਾ, 12 ਕਰੋੜ ਇਸ ਸਟੇਡੀਅਮ ਤੇ ਖਰਚ ਕੀਤਾ ਜਾਏਗਾ। ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਹੜਾ 22 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਬੀਬੀਆਂ ਨੂੰ ਮੈਂ ਇੱਕ ਵੱਡੀ ਗਰੰਟੀ ਦੇ ਕੇ ਜਾਣਾ ਕਿ ਜਦੋਂ ਸਾਡੀ ਸਰਕਾਰ ਬਣੂਗੀ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਪੰਜਾਬਣਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਏਗੀ। ਇਸ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਤਿੱਖਾ ਬਿਆਨ ਦਿੱਤਾ ਹੈ। ਭੜਕੀ ਹੈ ਮਨੀਸ਼ਾ ਗੁਲਾਟੀ, ਕਿਹਾ ਕਿ ਔਰਤਾਂ ਦੇ ਸਵਾਭਿਮਾਨ ਅਤੇ ਕਾਬਲੀਅਤ ਦੀ ਕੀਮਤ ਨੂੰ 1000 ਰੁਪਏ ਨਾਲ ਤੋਲਿਆ ਜਾ ਰਿਹਾ ਹੈ। ਕੀ ਅਰਵਿੰਦ ਕੇਜਰੀਵਾਲ ਦੇ ਕੋਲ ਕਰਨ ਲਈ ਸਿਰਫ ਇਹੀ ਹੈ? ਇਹ ਔਰਤਾਂ ਦੇ ਲਈ ਸਨਮਾਨ ਹੈ ਜਾਂ ਉਹਨਾਂ ਦਾ ਅਪਮਾਨ ਹੈ? ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ਤੇ ਤੰਜ ਕੱਸਦਿਆਂ ਸਵਾਲ ਕੀਤਾ ਹੈ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਨੇ ਜਿਹੜਾ ਉਹ ਪੰਜਾਬ ਆ ਕੇ ਅਜਿਹਾ ਐਲਾਨ ਕਰ ਰਹੇ ਨੇ? ਸਾਨੂੰ ਉਹਨਾਂ ਦੇ 1000 ਰੁਪਏ ਨਹੀਂ ਚਾਹੀਦੇ। ਪਾਰਟੀਆਂ ਨੇ ਜੇ ਕਰਨੀ ਹੈ ਤਾਂ ਔਰਤ ਦੀ ਸੁਰੱਖਿਆ ਤੇ ਰੁਜ਼ਗਾਰ ਨੂੰ ਲੈ ਕੇ ਗੱਲ ਕਰੋ। ਤੇ ਮਨੀਸ਼ਾ ਗੁਲਾਟੀ ਨੇ ਇਹ ਵੀ ਪੇਸ਼ਕਸ਼ ਕਰ ਦਿੱਤੀ ਕਿ ਜੇਕਰ ਸੀਐਮ ਚੰਨੀ ਮੈਨੂੰ ਫੋਨ ਕਰਨਗੇ ਤਾਂ ਮੈਂ ਔਰਤਾਂ ਦੇ ਨਾਲ ਜੁੜਿਆ ਡੇਟਾ ਦੇਣ ਦੇ ਲਈ ਉਹਨਾਂ ਨੂੰ ਤਿਆਰ ਹਾਂ ਕਿ ਪੰਜਾਬ ਦੀਆਂ ਔਰਤਾਂ ਕਿੱਥੇ-ਕਿੱਥੇ ਕੀ ਕਰਦੀਆਂ ਨੇ, ਕਿਹੜੇ ਮੁਕਾਮ ਤੇ ਪਹੁੰਚੀਆਂ ਹੋਈਆਂ ਨੇ। ਤੇ ਅੱਜ ਇੱਕ ਸਵਾਲ ਪੰਜਾਬ ਸਟੇਟ ਵਿਮਨ ਕਮਿਸ਼ਨ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਕਿਆ ਔਰਤ ਦੇ ਇੱਕ ਸਵਾਭਿਮਾਨ, ਔਰਤ ਦੀ ਡਿਗਨਿਟੀ, ਔਰਤ ਨੂੰ 1000 ਰੁਪਏ ਨਾਲ ਆਕਿਆ ਜਾ ਰਿਹਾ ਹੈ, ਔਰਤ ਦੀ ਕਾਬਲੀਅਤ ਨੂੰ ਜਵਾਬ ਦੇਗਾ ਮੈਨੂੰ ਮੇਰਾ ਪੰਜਾਬ। मेरे फेसबुक पे जुड़ी हुई मेरी फैमिली, मेरा परिवार ਜਿਹੜਾ ਮੇਰੀ ਸਟਰੈਂਥ ਬਣਿਆ ਹੋਇਆ ਹੈ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਔਰਤਾਂ ਦੇ ਆਂਸੂ ਪੂੰਝਦਾ ਰਹਿੰਦਾ ਹੈ। ਕਮਿਸ਼ਨ ਇੱਥੇ ਬੈਠਾ ਹੋਇਆ ਪੂਰੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਕਿ ਸਾਡੀ ਪੰਜਾਬ ਦੀ ਵੂਮਨ ਨੂੰ ਐਮਪਾਵਰ ਕਿਵੇਂ ਕੀਤਾ ਜਾਏ। ਐਮਪਾਵਰ ਕਹਿਣਾ ਪੋਲੀਟੀਕਲ ਪਾਰਟੀਆਂ ਦਾ, ਹੁਣ ਇੱਕ ਤੋਲਦਾ 1000 ਰੁਪਏ ਆਕਿਆ ਔਰਤ ਨੂੰ 1000 ਰੁਪਏ ਨਾਲ ਆਕਿਆ ਜਾ ਸਕਦਾ ਹੈ। ਜਵਾਬ ਦੇਗਾ ਮੈਨੂੰ ਮੇਰਾ ਪੰਜਾਬ। ਮੇਰੀ ਫੇਸਬੁੱਕ ਵॉल ਤੇ ਤੁਸੀਂ ਦੱਸੋ ਕਿ ਔਰਤ ਦੇ ਸਵਾਭਿਮਾਨ ਦੀ ਕੀਮਤ 1000 ਰੁਪਏ? ਕਿ ਤੁਸੀਂ ਉਹਦੇ ਰੋਜ਼ਗਾਰ ਪਾ ਰਹੇ ਹੋ? ਕਿ ਉਹਨੂੰ ਐਮਪਾਵਰ ਕਰਨ ਪਾ ਰਹੇ ਹੋ? ਕੀ ਲੈ ਕੇ ਆ ਰਹੇ ਹੋ? ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਚੋਣ ਸਰਗਰਮੀਆਂ ਵਧਾਈਆਂ ਜਾ ਰਹੀਆਂ ਨੇ, ਉੱਥੇ ਬੀਜੇਪੀ ਵਾਲੇ ਵੀ ਲੋਕਾਂ ਨੂੰ ਸਬਜ਼ ਬਾਗ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹ ਜਿਹੜਾ ਸੇਖ ਚਿੱਲੀ ਦੇ ਸੁਪਨਿਆਂ ਵਾਲੀ ਗੱਲ ਹੈਗੀ ਆ, ਲੋਕ ਇਹ ਸਮਝਦੇ ਨੇ। ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ, ਉਹਨਾਂ ਨੇ ਕਿਹਾ ਕਿ ਪੰਜਾਬੀ ਬਹੁਤ ਸਮਝਦਾਰ ਨੇ, ਅਸੀਂ ਬਾਕੀ ਪਾਰਟੀਆਂ ਵਾਂਗ ਝੂਠੇ ਲਾਰੇ ਨਹੀਂ ਲਾਵਾਂਗੇ। ਸਾਡਾ ਮੈਨੀਫੈਸਟੋ ਸਾਡਾ ਸੰਕਲਪ ਪੱਤਰ ਹੋਏਗਾ। ਬਾਕੀ ਪਾਰਟੀਆਂ ਤਾਂ ਕਹਿੰਦੇ ਭਾਸ਼ਣ ਦੇ ਕੇ ਭੱਜ ਜਾਂਦੀਆਂ ਨੇ, ਇਹਨਾਂ ਨੂੰ ਮੁੜ ਕੇ ਕਿਹਨੇ ਫੜਨਾ? ਪਰ ਸਾਡੀ ਪਾਰਟੀ 117 ਸੀਟਾਂ ਤੇ ਚੋਣ ਲੜੇਗੀ। ਸਵਾਲ ਚੁੱਕਦੇ ਨੇ ਜਿਹੜੇ ਅੱਜ ਉਹ ਪਿਛਲੀ ਸਰਕਾਰ ਦਾ ਹਿੱਸਾ ਸੀ, ਯਾਨੀ ਕਿ ਅੱਜ ਜਿਹੜੇ ਸਾਡੇ ਤੇ ਸਵਾਲ ਚੁੱਕਦੇ ਨੇ ਉਹ ਪਹਿਲਾਂ ਸਾਡੀ ਸਰਕਾਰ ਦਾ ਹੀ ਹਿੱਸਾ ਹੁੰਦੇ ਸੀ। ਮੁੱਖ ਮੰਤਰੀ ਚੰਨੀ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਸੀਐਮ ਚੰਨੀ ਨਿਤ ਨਵੇਂ ਐਲਾਨ ਕਰ ਰਹੇ ਨੇ, ਪਰ ਜੇ ਖਜ਼ਾਨਾ ਖਾਲੀ ਹੈ ਤਾਂ ਵਾਅਦੇ ਕਿੱਥੋਂ ਪੂਰੇ ਕਰਨਗੇ? ਸਾਡੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ ਤੇ ਅਸੀਂ ਕੱਲਾ ਵਾਅਦਾ ਪੂਰਾ ਕਰਾਂਗੇ, ਕਿਉਂਕਿ ਸਾਡਾ ਵਾਅਦਾ ਨਹੀਂ, ਸਾਡਾ ਸੰਕਲਪ ਹੋਏਗਾ। ਤੇ ਕਾਂਗਰਸ ਛੱਡਣ ਤੋਂ ਬਾਅਦ ਜਾਂ ਕਹਿ ਸਕਦੇ ਹਾਂ ਕਿ ਕਾਂਗਰਸ ਵਿੱਚੋਂ ਕੱਢੇ ਜਾਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵੱਡੇ ਦਾਅਵੇ ਠੋਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ। ਜਦੋਂ ਕੈਪਟਨ ਨੂੰ ਪੁੱਛਿਆ ਗਿਆ ਕਿ ਤੁਸੀਂ ਲਗਭਗ 5 ਦਹਾਕਿਆਂ ਤੋਂ ਸਿਆਸਤ ਵਿੱਚੋਂ 2 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਹੋ, ਤਾਂ ਕੋਈ ਵੱਡਾ ਕਾਂਗਰਸੀ ਲੀਡਰ ਜਾਂ ਵਿਧਾਇਕ ਜਾਂ ਜ਼ਿਲ੍ਹਾ ਪ੍ਰਧਾਨ ਤੁਹਾਡੇ ਨਾਲ ਕਿਉਂ ਨਹੀਂ ਆਇਆ? ਜਵਾਬ ਦੇ ਵਿੱਚ ਕੈਪਟਨ ਨੇ ਕਿਹਾ ਕਿ ਮੈਂ ਅਲੱਗ-ਥਲੱਗ ਨਹੀਂ ਹੈਗਾ, ਮੇਰਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੈਟਅਪ ਹੋ ਚੁੱਕਿਆ ਸੀ, ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਹ ਕਹਿਣਾ ਬਹੁਤ ਸੌਖਾ ਹੈ ਕਿ ਕਾਂਗਰਸ ਦਾ ਕੋਈ ਵੀ ਮੇਰੇ ਨਾਲ ਕਿਉਂ ਨਹੀਂ ਜੁੜ ਰਿਹਾ, ਪਰ ਮੈਂ ਉਹਨਾਂ ਨੂੰ ਖੁਦ ਰੋਕਿਆ ਹੈ, ਕਿਉਂਕਿ ਜੇ ਉਹ ਮੇਰੇ ਨਾਲ ਹੁਣੇ ਜੁੜ ਗਏ ਤਾਂ ਕਾਂਗਰਸ ਪਾਰਟੀ ਹੈ ਜਿਹੜੀ ਉਹਨਾਂ ਨੂੰ ਬਰਖਾਸਤ ਕਰ ਦੇਊਗੀ। ਜਿਵੇਂ ਹੀ ਕੋਈ ਵਿਧਾਇਕ ਲਾਈਨ ਤੋਂ ਬਾਹਰ ਨਿਕਲਦਾ ਉਸ ਤੇ ਫੰਡ ਕੱਟ ਦਿੱਤੇ ਜਾਂਦੇ ਨੇ। ਇਸ ਲਈ ਮੈਂ ਸਾਰਿਆਂ ਨੂੰ ਖੁਦ ਕਿਹਾ ਕਿ ਚੁੱਪਚਾਪ ਬਹਿ ਜਾਓ, ਚੋਣ ਜ਼ਾਬਤਾ ਲਾਗੂ ਹੋਣ ਦਿਓ, ਫਿਰ ਤੁਸੀਂ ਮੇਰੇ ਨਾਲ ਆ ਜਾਓ। ਕਹਿੰਦੇ ਮੈਂ ਵੱਡੇ ਕਾਂਗਰਸੀ ਲੀਡਰਾਂ ਨੂੰ ਆਪਣੇ ਨਾਲ ਆਉਣ ਤੋਂ ਖੁਦ ਰੋਕਿਆ ਹੋਇਆ, ਕਿਉਂਕਿ ਚੋਣ ਜ਼ਾਬਤੇ ਦੀ ਉਡੀਕ ਕਰ ਰਿਹਾ। ਕੈਪਟਨ ਨੇ ਦਾਅਵਾ ਕੀਤਾ ਕਿ ਸਾਰੀਆਂ ਸੀਟਾਂ ਤੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਚੋਣ ਲੜਾਂਗਾ, ਚਾਹੇ ਮੈਂ ਬੀਜੇਪੀ ਦੇ ਨਾਲ ਗੱਠਜੋੜ ਕਰਾਂ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ
ਸੰਯੁਕਤ ਦੇ ਨਾਲ ਗੱਠਜੋੜ ਕਰਾਂ, ਯਾਨੀ ਕਿ ਸੁਖਦੇਵ ਸਿੰਘ ਢੀਂਡਸਾ ਦੀ ਉਹਨਾਂ ਨੇ ਫੇਰ ਗੱਲ ਕੀਤੀ ਹੈ। ਹਾਲਾਂਕਿ ਜਿੰਨੀ ਵਾਰੀ ਵੀ ਢੀਂਡਸਾ ਨੂੰ ਪੁੱਛਿਆ ਜਾਂਦਾ ਹੈ ਉਹੀ ਕਹਿੰਦੇ ਨੇ ਕਿ ਸਾਡਾ ਕੈਪਟਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਾ ਸਾਡੀ ਕੋਈ ਗੱਲਬਾਤ ਹੋਈ ਹੈ, ਨਾ ਸਾਡਾ ਕੋਈ ਗੱਠਜੋੜ ਹੋਇਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਰਜ਼ੀ ਤੇ ਸੁਣਵਾਈ ਕਰਦਿਆਂ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਖਹਿਰਾ ਨੇ ਪਟੀਸ਼ਨ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਦਾਖਲ ਕੀਤੀ ਹੈ। ਪਟੀਸ਼ਨ ਦੇ ਵਿੱਚ ਖਹਿਰਾ ਨੇ ਕਿਹਾ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਮੈਨੂੰ 11 ਵਾਰੀ ਸੰਮਨ ਭੇਜੇ ਸੀ, ਹਰ ਵਾਰੀ ਮੈਂ ਪੇਸ਼ ਹੋਇਆ, ਪਰ ਜਦੋਂ 11 ਨਵੰਬਰ ਨੂੰ ਪੇਸ਼ ਹੋਇਆ ਤਾਂ ਮੈਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਤਰ੍ਹਾਂ ਨਾਲ ਗਲਤ ਹੈ। ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਨਾਜਾਇਜ਼ ਦੱਸਦਿਆਂ ਖਹਿਰਾ ਨੇ ਗ੍ਰਿਫਤਾਰੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਅਰਜ਼ੀ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਮਾਮਲੇ ਦੇ ਵਿੱਚ ਈਡੀ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ। ਸੁਖਪਾਲ ਖਹਿਰਾ ਇਸ ਵਕਤ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਾਦਲਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਜ਼ਬਤ ਕੀਤੀਆਂ ਸਾਰੀਆਂ ਬੱਸਾਂ ਛੱਡਣ ਅਤੇ ਉਹਨਾਂ ਦੇ ਪਰਮਿਟ ਰੱਦ ਕਰਨ ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਸਰਕਾਰ ਨੂੰ 1 ਘੰਟੇ ਦੇ ਅੰਦਰ ਆਰਬਿਟ ਬੱਸਾਂ ਛੱਡਣ ਦੇ ਹੁਕਮ ਦਿੱਤੇ। ਜ਼ਬਤ ਕੀਤੀਆਂ ਗਈਆਂ ਬੱਸਾਂ ਵਿੱਚ ਬਾਦਲ ਪਰਿਵਾਰ ਦੀਆਂ ਆਰਬਿਟ ਸਮੇਤ ਕਈ ਹੋਰ ਸਿਆਸੀ ਲੀਡਰਾਂ ਦੀਆਂ ਕੰਪਨੀਆਂ ਦੀਆਂ ਬੱਸਾਂ ਸ਼ਾਮਿਲ ਨੇ। ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਉਸ ਨੂੰ ਇਹ ਪਹਿਲਾ ਵੱਡਾ ਝਟਕਾ ਲੱਗਿਆ। ਹਾਈਕੋਰਟ ਨੇ ਸਰਕਾਰ ਨੂੰ ਬੱਸਾਂ ਦੇ ਮੁੜ ਤੋਂ ਪਰਮਿਟ ਜਾਰੀ ਕਰਨ ਦੀ ਹਦਾਇਤ ਵੀ ਦਿੱਤੀ ਹੈ। 22 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਪਟੀਸ਼ਨ ਤੇ ਨੋਟਿਸ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਉਹ ਸਿਆਸੀ ਬਦਲਾਖੋਰੀ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਨੇ। ਰਾਜਾ ਵੜਿੰਗ ਇੱਕ ਪ੍ਰੈਸ ਕਾਨਫਰੰਸ ਕਰਕੇ ਲਾਇਸੈਂਸ ਫੀਸ ਦੀ 5 ਕਰੋੜ ਤੋਂ ਵੱਧ ਦੀ ਉਗਰਾਹੀ ਵਸੂਲ ਕਰਨ ਦਾ ਦਾਅਵਾ ਵੀ ਕਰ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਹੈ। ਕਿਸਾਨਾਂ ਦੇ ਮੋਰਚਿਆਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪਾਰਟੀ ਦੇ 27 ਨਵੰਬਰ ਦੇ ਸਾਰੇ ਜਨਤਕ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ 27 ਤਰੀਕ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਰੇ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਨੇ, ਕਿਉਂਕਿ ਇਸ ਇਲਾਕੇ ਦੇ ਪਾਰਟੀ ਵਰਕਰਾਂ ਦੀ ਇੱਛਾ ਸੀ ਕਿ 29 ਤਰੀਕ ਨੂੰ ਜਿਹੜੇ ਕਿਸਾਨਾਂ ਦੇ ਪ੍ਰੋਗਰਾਮ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ। ਇਸ ਕਰਕੇ ਪਾਰਟੀ ਨੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟਰਮ 1 ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਤਰੀਕਾਂ ਐਲਾਨ ਦਿੱਤੀਆਂ ਨੇ। 10ਵੀਂ ਜਮਾਤ ਲਈ ਟਰਮ 1 ਦੇ ਪੇਪਰ ਨੇ ਉਹ 13 ਦਸੰਬਰ ਤੋਂ 18 ਦਸੰਬਰ ਤੱਕ ਤੇ ਇੰਟਰ ਕਲਾਸ ਟਰਮ 1 ਦੀਆਂ ਪ੍ਰੀਖਿਆਵਾਂ 13 ਦਸੰਬਰ ਤੋਂ 22 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਡੇਟ ਸ਼ੀਟ ਹੈ ਜਿਹੜੀ ਉਹ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਅਧਿਕਾਰਿਤ ਵੈਬਸਾਈਟ ਹੈਗੀ ਆ ਉਸ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ pseb.ac.in ਦੇ ਉੱਤੇ। ਭਾਰਤ ਵਿੱਚ ਜਿਹੜੀ ਕੋਵੈਕਸਿਨ ਬਣੀ ਹੈ, ਕਰੋਨਾ ਵਾਇਰਸ ਦੀ ਵੈਕਸੀਨ ਬਣੀ ਹੈ, ਉਸ ਨੂੰ ਦੂਸਰੇ ਦੇਸ਼ਾਂ ਤੋਂ ਬਰਤਾਨੀਆ ਆਉਣ ਵਾਲੇ ਲੋਕਾਂ ਦੇ ਲਈ ਨਿਰਧਾਰਿਤ ਕੋਵਿਡ ਪ੍ਰੋਟੋਕੋਲ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਯਾਨੀ ਕਿ ਕੋਵਿਡ ਦੀ ਜਿਹੜੀ ਕਰੋਨਾ ਵੈਕਸੀਨ ਹੈ, ਕੋਵੈਕਸਿਨ ਭਾਰਤ ਵਿੱਚ ਬਣੀ ਕੋਵੈਕਸਿਨ, ਉਹ ਲੈਣ ਵਾਲੇ ਕੌਮਾਂਤਰੀ ਯਾਤਰੀ ਵੀ ਹੁਣ ਬਰਤਾਨੀਆ ਦੀ ਯਾਤਰਾ ਕਰ ਸਕਣਗੇ। ਪੀਟੀਆਈ ਦੀ ਰਿਪੋਰਟ ਦੇ ਮੁਤਾਬਿਕ ਇਸ ਫੈਸਲੇ ਦੇ ਨਾਲ ਉਹਨਾਂ ਭਾਰਤੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਬਰਤਾਨੀਆ ਜਾਣ ਦਾ ਪਲਾਨ ਕਰ ਰਹੇ ਸੀ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਨੇ ਕੋਵੈਕਸਿਨ ਦੀਆਂ। ਭਾਰਤ ਛੱਡਣ ਤੋਂ ਪਹਿਲਾਂ ਨਾ ਤਾਂ ਉਹਨਾਂ ਨੂੰ ਪੀਸੀਆਰ ਟੈਸਟ ਕਰਵਾਉਣ ਦੀ ਲੋੜ ਹੋਏਗੀ, ਨਾ ਹੀ ਉਹਨਾਂ ਨੂੰ ਕੁਆਰੰਟਾਈਨ ਰਹਿਣ ਦੀ ਲੋੜ ਪਵੇਗੀ। ਹਾਲਾਂਕਿ ਯੂਕੇ ਪਹੁੰਚਣ ਤੇ ਇੱਕ ਆਰਟੀ-ਪੀਸੀਆਰ ਟੈਸਟ ਜਾਂ ਲੇਟਰਲ ਫਲੋ ਟੈਸਟ ਉਹਨਾਂ ਨੂੰ ਕਰਵਾਉਣਾ ਪਵੇਗਾ। ਸੋਮਵਾਰ ਸਵੇਰੇ 4 ਵਜੇ ਤੋਂ ਇਹ ਜਿਹੜੇ ਨਵੇਂ ਨਿਯਮ ਉਹ ਲਾਗੂ ਹੋ ਗਏ ਨੇ। ਏਅਰਟੈਲ ਤੋਂ ਬਾਅਦ ਹੁਣ ਵੋਡਾਫੋਨ ਆਈਡੀਆ ਨੇ ਵੀ ਆਪਣੇ ਪ੍ਰੀਪੇਡ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਮੋਬਾਈਲ ਸੇਵਾਵਾਂ ਦੀਆਂ ਦਰਾਂ 25% ਤੱਕ ਵਧਾ ਦਿੱਤੀਆਂ ਨੇ। ਕੰਪਨੀ ਦੇ ਸਾਰੇ ਪਲਾਨ ਦੇ ਵਿੱਚ ਮੋਬਾਈਲ ਕਾਲ ਅਤੇ ਡੇਟਾ ਟੈਰਿਫ ਦੇ ਵਿੱਚ 20 ਤੋਂ 25% ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ 28 ਦਿਨਾਂ ਦੀ ਮਿਆਦ ਲਈ ਰੀਚਾਰਜ ਦੀ ਘੱਟੋ ਘੱਟ ਕੀਮਤ 25.31% ਵਧਾ ਕੇ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿੱਤੀ ਹੈ। ਅਨਲਿਮਟਿਡ ਸ਼੍ਰੇਣੀ ਵਾਲੇ ਪਲਾਨ ਦੇ ਵਿੱਚ ਦਰਾਂ ਨੇ ਜਿਹੜੀਆਂ 20 ਤੋਂ 23% ਵਧਾ ਦਿੱਤੀਆਂ ਨੇ। ਇੱਕ ਦਿਨ ਪਹਿਲਾਂ ਏਅਰਟੈਲ ਨੇ ਵਧਾ ਦਿੱਤੀਆਂ ਸੀ, ਹੁਣ ਵੋਡਾਫੋਨ ਆਈਡੀਆ ਨੇ ਵੀ ਵਧਾ ਦਿੱਤੀਆਂ ਨੇ। ਹੁਣ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਬਾਕੀ ਸਾਰੇ ਵੀ ਵਧਾ ਦੇਣ ਤੇ ਪਤਾ ਨਹੀਂ ਇਹ ਜਿਹੜੇ ਰੇਟ ਨੇ ਕਿੱਥੇ ਜਾਣਗੇ ਤੇ ਮਹਿੰਗਾਈ ਹੈ ਜਿਹੜੀ ਉਹ ਕਿੰਨਾ ਲੋਕਾਂ ਦਾ ਲੱਕ ਤੋੜੇਗੀ ਕਿ ਹਰ ਕੋਈ ਲੋਕਾਂ ਨੂੰ ਚੂਸ ਰਿਹਾ ਹੈ। ਭਾਰਤ ਦੇ ਵਿੱਚ ਖਰਾਬ ਕੁਆਲਿਟੀ ਦੇ ਪ੍ਰੈਸ਼ਰ ਕੁੱਕਰ ਵੇਚਣ ਵਾਲੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਯਾਨੀ ਕਿ CCPA ਨੇ ਭਾਰਤੀ ਮਿਆਰ ਬਿਊਰੋ BIS ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪ੍ਰੈਸ਼ਰ ਕੁੱਕਰ ਵੇਚਣ ਵਾਲੀਆਂ 5 ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਕੰਪਨੀਆਂ Amazon, Flipkart, Snapdeal, Shopcluse ਅਤੇ Paytm ਮਾਲ ਤੋਂ ਇਲਾਵਾ ਕਈ ਹੋਰ ਜਿਹੜੇ ਵਿਕਰੇਤਾ ਹੈਗੇ ਨੇ ਉਹਨਾਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ।
ਸੋਮਵਾਰ ਨੂੰ ਬਿਆਨ ਜਾਰੀ ਕੀਤਾ ਗਿਆ ਕਿ ਕੁਆਲਿਟੀ ਕੰਟਰੋਲ ਆਰਡਰ ਦਾ ਉਲੰਘਣ ਕਰਕੇ ਨਕਲੀ ਅਤੇ ਸ਼ੱਕੀ ਸਮਾਨ ਦੀ ਵਿਕਰੀ ਨੂੰ ਰੋਕਣ ਦੇ ਲਈ ਦੇਸ਼ ਭਰ ਦੇ ਵਿੱਚ CCPA ਨੇ ਮੁਹਿੰਮ ਚਲਾ ਦਿੱਤੀ ਹੈ। CCPA ਦੀ ਇਹ ਮੁਹਿੰਮ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਸ਼ੁਰੂ ਕੀਤੀ ਗਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਇਹਨਾਂ ਪਲੇਟਫਾਰਮਾਂ ਤੇ ਪ੍ਰੈਸ਼ਰ ਕੁੱਕਰ ਵੇਚਣ ਦੇ ਲਈ ਈ-ਕਾਮਰਸ ਕੰਪਨੀਆਂ ਦੇ ਨਾਲ-ਨਾਲ ਵਿਕਰੇਤਾਵਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। CCPA ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਅਜਿਹੀਆਂ ਵਸਤੂਆਂ ਦੇ ਉਤਪਾਦਨ ਤੇ ਵਿਕਰੀ ਨਾਲ ਸੰਬੰਧਿਤ ਜਿਹੜੇ ਨਿਯਮ ਹੈਗੇ ਨੇ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਤੇ ਪਹਿਲੀ ਵਾਰੀ ਹੈ ਜਦੋਂ CCPA ਨੇ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ। ਦਰਅਸਲ ਪ੍ਰੈਸ਼ਰ ਕੁੱਕਰ ਜੇ ਫਟ ਜਾਵੇ ਤਾਂ ਬਹੁਤ ਵੱਡੇ ਹਾਦਸੇ ਵਾਪਰਦੇ ਨੇ। ਪ੍ਰੈਸ਼ਰ ਕੁੱਕਰ ਫਟ ਜੇ ਜਾਂ ਸਿਲੰਡਰ ਫਟ ਜੇ ਤਾਂ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਤੇ ਜੇ ਇਹ ਵਪਾਰਿਕ ਕੰਪਨੀਆਂ ਜਿਨ੍ਹਾਂ ਤੇ ਲੋਕ ਟਰਸਟ ਕਰਕੇ ਚੀਜ਼ਾਂ ਆਨਲਾਈਨ ਮੰਗਵਾ ਲੈਂਦੇ ਨੇ ਜੇ ਉਹ ਠੀਕ ਨਹੀਂ ਨਿਕਲਦੀਆਂ ਤਾਂ ਜ਼ਾਹਿਰ ਤੌਰ ਤੇ ਜਿਹੜਾ ਸੰਬੰਧਿਤ ਵਿਭਾਗ ਹੈ ਉਸ ਵੱਲੋਂ ਕਾਰਵਾਈ ਕੀਤੀ ਜਾਣੀ ਤਾਂ ਬਣਦੀ ਹੈ ਤੇ ਇਹ ਇੱਥੇ ਜਿਹੜੀ ਇਹ ਸ਼ਲਾਘਾ ਹੈ ਜ਼ਰੂਰ ਕਰਨੀ ਬਣਦੀ ਹੈ CCPA ਦੀ। ਕਸ਼ਮੀਰ ਤੋਂ ਖਬਰ ਹੈ ਜਿੱਥੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪਾਰਾ ਹੋਰ ਹੇਠਾਂ ਡਿੱਗ ਗਿਆ। ਮੰਗਲਵਾਰ ਨੂੰ ਸੋਮਵਾਰ ਨੂੰ ਸ਼੍ਰੀਨਗਰ ਦੇ ਵਿੱਚ ਘੱਟੋ-ਘੱਟ ਤਾਪਮਾਨ -2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਇਸ ਸੀਜ਼ਨ ਦੀ ਇਹ ਸਭ ਤੋਂ ਠੰਡੀ ਰਾਤ ਰਹੀ। ਪਹਿਲਗਾਮ ਦੇ ਵਿੱਚ ਵੀ ਤਾਪਮਾਨ ਯਾਨੀ ਕਿ -4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਕਸ਼ਮੀਰ ਦਾ ਸਭ ਤੋਂ ਠੰਡਾ ਥਾਂ ਹੈ। ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਗੁਲਮਰਗ ਦੇ ਵਿੱਚ ਵੀ ਤਾਪਮਾਨ -0.6 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਦਰਜ ਕੀਤਾ ਗਿਆ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੋਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਰੇਲਵੇ ਦੇ ਨਿੱਜੀਕਰਨ ਦੀ। ਰੇਲਵੇ ਮਾਲ ਗੱਡੀਆਂ ਤੇ ਯਾਤਰੀ ਰੇਲ ਗੱਡੀਆਂ ਤੋਂ ਇਲਾਵਾ ਸੈਰ ਸਪਾਟਾ ਖੇਤਰ ਨੂੰ ਸਮਰਪਿਤ ਤੀਜਾ ਸੈਕਸ਼ਨ ਸ਼ੁਰੂ ਕਰ ਰਿਹਾ ਹੈ ਜਿਸ ਤਹਿਤ ਇਹ ਭਾਰਤ ਗੌਰਵ ਟ੍ਰੇਨ ਨਾਂ ਦੀਆਂ 190 ਟ੍ਰੇਨਾਂ ਚਲਾਏਗਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੱਤੀ। ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰੇਲ ਗੱਡੀਆਂ ਪ੍ਰਾਈਵੇਟ ਸੈਕਟਰ ਅਤੇ IRCTC ਦੋਵਾਂ ਵੱਲੋਂ ਚਲਾਈਆਂ ਜਾ ਸਕਦੀਆਂ ਨੇ। ਇਹ ਨਿਯਮਿਤ ਰੇਲ ਗੱਡੀਆਂ ਨਹੀਂ ਹਨ ਜੋ ਸਮਾਂ ਸਾਰਣੀ ਦੇ ਮੁਤਾਬਿਕ ਚੱਲਣ। ਫਿਲਹਾਲ 190 ਰੇਲ ਗੱਡੀਆਂ ਨਿਰਧਾਰਿਤ ਕੀਤੀਆਂ ਨੇ। ਯਾਤਰੀ ਤੇ ਮਾਲ ਟ੍ਰੇਨ ਸੈਕਸ਼ਨ ਤੋਂ ਬਾਅਦ ਕਹਿੰਦੇ ਅਸੀਂ ਭਾਰਤ ਗੌਰਵ ਟ੍ਰੇਨਾਂ ਲਈ ਸੈਰ ਸਪਾਟਾ ਖੇਤਰ ਦੀ ਸ਼ੁਰੂਆਤ ਕਰ ਰਹੇ ਹਾਂ। ਇਹ ਟ੍ਰੇਨਾਂ ਭਾਰਤ ਦੀ ਸੰਸਕ੍ਰਿਤੀ ਤੇ ਵਿਰਾਸਤ ਨੂੰ ਦਿਖਾਉਣਗੀਆਂ ਤੇ ਉਹਨਾਂ ਲਈ ਅਰਜ਼ੀਆਂ ਅੱਜ ਤੋਂ ਹੀ ਮੰਗ ਲਈਆਂ ਗਈਆਂ ਨੇ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਲਵਾਨ ਵਾਦੀ ਦੇ ਸ਼ਹੀਦਾਂ ਨੂੰ ਸਨਮਾਨਿਤ ਕੀਤਾ। ਜੂਨ 2020 ਦੇ ਵਿੱਚ ਗਲਵਾਨ ਘਾਟੀ ਵਿੱਚ ਚੀਨ ਦੇ ਵਹਿਸ਼ੀਆਨਾ ਹਮਲਿਆਂ ਦੇ ਵਿਰੁੱਧ ਮੋਰਚੇ ਤੋਂ ਅਗਵਾਈ ਕਰਨ ਵਾਲੇ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਬਿਕਮੁੱਲਾ ਸੰਤੋਸ਼ ਬਾਬੂ ਨੂੰ ਰਾਸ਼ਟਰਪਤੀ ਨੇ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ। ਬਾਬੂ ਦੀ ਪਤਨੀ ਬੀ ਸੰਤੋਸ਼ੀ ਤੇ ਮਾਂ ਮੰਜੁਲਾ ਨੇ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦੇਸ਼ ਦੇ ਵੱਡੇ ਫੌਜੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਏ ਸਨਮਾਨ ਸਮਾਰੋਹ ਦੌਰਾਨ ਪੁਰਸਕਾਰ ਹਾਸਲ ਕੀਤਾ। ਪੰਜਾਬ ਤੋਂ ਸਿਪਾਹੀ ਗੁਰਤੇਜ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਤੇ ਪਿਤਾ ਵਿਰਸਾ ਸਿੰਘ ਨੇ ਰਾਸ਼ਟਰਪਤੀ ਤੋਂ ਵੀਰ ਚੱਕਰ ਪ੍ਰਾਪਤ ਕੀਤਾ। ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਰੋਹ ਦੇ ਵਿੱਚ ਕਈ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 3 ਫੌਜੀਆਂ ਨਾਇਬ ਸੂਬੇਦਾਰ ਨੂਦੂਰਾਮ ਸੁਰੇਨ, ਹੌਲਦਾਰ ਕੇ ਪਲਾਨੀ ਨਾਇਕ ਦੀਪਕ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹਨਾਂ ਸਾਰਿਆਂ ਨੂੰ ਮਰਨ ਉਪਰੰਤ ਸਨਮਾਨ ਨੇ ਜਿਹੜੇ ਉਹ ਦਿੱਤੇ ਗਏ ਨੇ। ਭਾਰਤ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦੇ ਲਈ ਹੋਰ ਪ੍ਰਮੁੱਖ ਅਰਥਚਾਰਿਆਂ ਦੇ ਨਾਲ ਤਾਲਮੇਲ ਕਰਕੇ ਆਪਣੇ ਰਣਨੀਤਿਕ ਤੇਲ ਭੰਡਾਰਾਂ ਚੋਂ 50 ਲੱਖ ਬੈਰਲ ਤੇਲ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਣਨੀਤਿਕ ਭੰਡਾਰਾਂ ਦੇ ਵਿੱਚੋਂ ਕੱਢੇ ਇਸ ਤੇਲ ਕਰੂਡ ਨੂੰ ਮੈਂਗਲੋਰ ਰਿਫਾਈਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਵੇਚ ਦਿੱਤਾ ਜਾਏਗਾ। ਦੋਵੇਂ ਸਰਕਾਰੀ ਤੇਲ ਸੋਧਕ ਯੂਨਿਟ ਪਾਈਪਲਾਈਨਾਂ ਦੇ ਰਾਹੀਂ ਰਣਨੀਤਿਕ ਤੇਲ ਭੰਡਾਰਾਂ ਨਾਲ ਜੁੜੇ ਹੋਏ ਨੇ। ਇਸ ਸੰਬੰਧੀ ਰਸਮੀ ਐਲਾਨ ਛੇਤੀ ਕਰ ਦਿੱਤਾ ਜਾਏਗਾ। ਤੇਲ ਕੱਢਣ ਦੀ ਪ੍ਰਕਿਰਿਆ 7 ਤੋਂ 10 ਦਿਨਾਂ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਏਗੀ। ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਦੇ ਮੀਤ ਪ੍ਰਧਾਨ ਕਿਰਪਾਲ ਪਰਮਾਰ ਨੇ ਅਸਤੀਫਾ ਦੇ ਦਿੱਤਾ ਹੈ। ਜ਼ਿਮਨੀ ਚੋਣਾਂ ਦੇ ਵਿੱਚ ਬੀਜੇਪੀ ਦੀਆਂ 4 ਸੀਟਾਂ ਹਾਰਨ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਆਰਜੇਡੀ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਕਰੋੜਾਂ ਰੁਪਏ ਦੇ ਚਾਰਾ ਘੁਟਾਲੇ ਸੰਬੰਧੀ ਬਾਂਕਾ ਖਜ਼ਾਨਾ ਕੇਸ ਦੇ ਵਿੱਚ ਪਟਨਾ ਦੀ CBI ਅਦਾਲਤ ਵਿੱਚ ਪੇਸ਼ ਹੋਏ। ਮਾਮਲੇ ਦੀ ਅਗਲੀ ਸੁਣਵਾਈ 3 ਨਵੰਬਰ ਨੂੰ ਹੋਵੇਗੀ। ਖਬਰ ਇਹ ਵੀ ਰੇਲਵੇ ਦੇ ਨਾਲ ਜੁੜੀ ਹੋਈ ਹੈ। ਭਾਰਤੀ ਰੇਲਵੇ ਨੇ ਰਾਮਾਇਣ ਐਕਸਪ੍ਰੈਸ ਦੇ ਵਿੱਚ ਆਪਣੇ ਸਟਾਫ ਦੀ ਵਰਦੀ ਬਦਲ ਦਿੱਤੀ ਹੈ। ਇਹ ਸਟਾਫ ਤੇ ਵੇਟਰ ਭਗਵੇਂ ਰੰਗ ਦੀਆਂ ਵਰਦੀਆਂ ਪਾਉਂਦੇ ਸੀ ਜਿਸ ਦਾ ਲੋਕਾਂ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ। ਦੋਸ਼ ਲਾਇਆ ਕਿ ਬੀਜੇਪੀ ਆਪਣੇ ਚੋਣ ਨਿਸ਼ਾਨ ਦੇ ਰੰਗ ਦੀ ਵਰਦੀ ਜਾਣ ਬੁੱਝ ਕੇ ਪਵਾ ਰਹੀ ਹੈ ਤਾਂ ਕਿ ਚੋਣਾਂ ਦੇ ਵਿੱਚ ਲੋਕਾਂ ਨੂੰ ਭਰਮਾਇਆ ਜਾ ਸਕੇ। ਇਸ ਤੋਂ ਪਹਿਲਾਂ MP ਦੇ ਉਜੈਨ ਤੋਂ ਆਉਣ ਵਾਲੇ ਮੁਸਾਫਰਾਂ ਨੇ ਕਿਹਾ ਸੀ ਕਿ ਹਿੰਦੂ ਧਰਮ ਦਾ ਅਪਮਾਨ ਹੈ। ਜੇਕਰ ਇਹ ਡਰੈਸ ਕੋਡ ਵਾਪਸ ਨਾ ਲਿਆ ਤਾਂ 12 ਦਸੰਬਰ ਨੂੰ ਦਿੱਲੀ ਦੇ ਵਿੱਚ ਰੇਲ ਗੱਡੀ ਨੂੰ ਰੋਕਣਗੇ।
ਕੇਂਦਰੀ ਰੇਲ ਮੰਤਰੀ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਰਮਾਇਣ ਐਕਸਪ੍ਰੈਸ ਦੇ ਵਿੱਚ ਭਗਵੇਂ ਰੰਗ ਦੇ ਵਿੱਚ ਰਿਫਰੈਸ਼ਮੈਂਟ ਤੇ ਖਾਣਾ ਪਰੋਸਣ ਵਾਲੇ ਵੇਟਰਾਂ ਦੇ ਵਿਰੁੱਧ ਆਪਣਾ ਰੋਸ ਦਰਜ ਕਰਵਾਇਆ ਸੀ। ਦਰਅਸਲ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਰੇਲਵੇ ਨੇ ਭਗਵਾਨ ਤੇ ਆਸਥਾ ਰੱਖਣ ਵਾਲੇ ਲੋਕਾਂ ਦੇ ਲਈ 7 ਨਵੰਬਰ ਨੂੰ ਰਮਾਇਣ ਸਰਕਟ ਸਪੈਸ਼ਲ ਟ੍ਰੇਨ ਚਲਾਈ ਸੀ, ਪਰ ਇਸ ਦੇ ਵਿੱਚ ਰੰਗ ਦੀ ਵਰਤੋਂ ਹੈ ਜਿਹੜੀ ਉਸ ਨੂੰ ਸਿਆਸੀ ਤੌਰ ਤੇ ਵਰਤਣ ਦੀ ਕੋਸ਼ਿਸ਼ ਕੀਤੀ ਗਈ ਤੇ ਵਿਸ਼ੇਸ਼ ਰੇਲ ਗੱਡੀ ਭਗਵਾਨ ਰਾਮ ਨਾਲ ਜੁੜੇ 15 ਸਥਾਨਾਂ ਤੋਂ ਹੋ ਕੇ ਕੁੱਲ 7500 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਪਹਿਲਾ ਸਟੇਸ਼ਨ ਅਯੁੱਧਿਆ ਤੇ ਆਖਰੀ ਸਟੇਸ਼ਨ ਰਾਮੇਸ਼ਵਰਮ ਹੁੰਦਾ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਸ ਦਾਅਵੇ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਭਾਰਤ ਨੇ ਕਿਹਾ ਹੈ ਕਿ ਭਾਰਤ ਨੇ ਫਰਵਰੀ 2019 ਦੇ ਵਿੱਚ ਪਾਕਿਸਤਾਨ ਦਾ F-16 ਲੜਾਕੂ ਜਹਾਜ਼ ਡੇਗ ਦਿੱਤਾ ਸੀ। ਉਦੋਂ ਇਹ ਗੱਲ ਕਹੀ ਗਈ ਹੈ ਜਦੋਂ ਅਭਿਨੰਦਨ ਨੂੰ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਦਿਨ ਪਹਿਲਾਂ ਹੀ ਅਭਿਨੰਦਨ ਗਰੁੱਪ ਕੈਪਟਨ ਅਭਿਨੰਦਨ ਨੂੰ ਬਹਾਦਰੀ ਦੇ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਹੈ, ਪਰ ਪਾਕਿਸਤਾਨ ਨੇ ਭਾਰਤ ਦੇ ਉਸ ਦਾਅਵੇ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਸੀ ਕਿ ਫਰਵਰੀ 2019 ਦੇ ਵਿੱਚ ਭਾਰਤ ਨੇ ਸਾਡੇ ਲੜਾਕੂ ਜਹਾਜ਼ ਨੂੰ ਡੇਗਿਆ ਸੀ। ਭਾਰਤ ਨੇ ਕਿਹਾ ਸੀ ਕਿ 27 ਫਰਵਰੀ 2019 ਨੂੰ ਪਾਕਿਸਤਾਨੀ F-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਪਾਕਿਸਤਾਨੀ ਫੌਜ ਨੇ ਫੜ ਲਿਆ ਸੀ। ਬਾਅਦ ਵਿੱਚ 1 ਮਾਰਚ ਦੀ ਰਾਤ ਨੂੰ ਅਭਿਨੰਦਨ ਨੂੰ ਰਿਹਾ ਕਰ ਦਿੱਤਾ ਸੀ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਬਿਆਨ ਦਿੰਦਿਆਂ ਕਿਹਾ ਕਿ ਪਾਕਿਸਤਾਨ ਪੂਰੀ ਤਰ੍ਹਾਂ ਬੇਬੁਨਿਆਦ ਭਾਰਤੀ ਦਾਅਵਿਆਂ ਨੂੰ ਖਾਰਿਜ ਕਰਦਾ ਹੈ। ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ F-16 ਜਹਾਜ਼ਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੌਮਾਂਤਰੀ ਮਾਹਿਰਾਂ ਤੇ ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਉਸ ਦਿਨ ਕੋਈ ਵੀ ਪਾਕਿਸਤਾਨੀ F-16 ਨਹੀਂ ਡੇਗਿਆ ਗਿਆ। ਦਫ਼ਤਰ ਨੇ ਕਿਹਾ ਕਿ ਪਾਇਲਟ ਦੀ ਰਿਹਾਈ ਭਾਰਤ ਦੀ ਕੁੜੱਤਣ ਤੇ ਗਲਤ ਤਰੀਕੇ ਨਾਲ ਹਮਲਾਵਰ ਕਾਰਵਾਈ ਦੇ ਬਾਵਜੂਦ ਪਾਕਿਸਤਾਨ ਦੀ ਸ਼ਾਂਤੀ ਦੀ ਇੱਛਾ ਦਾ ਪ੍ਰਮਾਣ ਹੈ, ਜਿਸ ਨੂੰ ਭਾਰਤ ਗਲਤ ਤਰੀਕੇ ਦੇ ਨਾਲ ਇੰਟਰਪ੍ਰੈਟ ਕਰ ਰਿਹਾ ਹੈ। ਬੁਲਗਾਰੀਆ ਤੋਂ ਖਬਰ ਹੈ ਜਿੱਥੇ ਸੋਮਵਾਰ ਦੇਰ ਰਾਤ ਬੱਸ ਹਾਦਸਾਗ੍ਰਸਤ ਹੋਣ ਨਾਲ ਘੱਟੋ-ਘੱਟ ਇੱਥੇ 45 ਲੋਕਾਂ ਦੀ ਮੌਤ ਹੋ ਗਈ। ਬੱਸ ਉੱਤਰੀ ਮੈਸੇਡੋਨੀਆ ਦੇ ਵਿੱਚ ਰਜਿਸਟਰਡ ਸੀ। ਹਾਦਸਾ ਸੋਮਵਾਰ ਦੇਰ ਰਾਤ ਕਰੀਬ 2 ਵਜੇ ਵਾਪਰਿਆ। ਮਰਨ ਵਾਲਿਆਂ ਦੇ ਵਿੱਚ ਬੱਚੇ ਵੀ ਸ਼ਾਮਲ ਨੇ। 7 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਮਰੀਕਾ ਤੋਂ ਇੱਕ ਅਜੀਬੋ-ਗਰੀਬ ਖਬਰ ਤੁਹਾਨੂੰ ਦੱਸਦੇ ਹਾਂ, ਜਿੱਥੇ ਡਾਲਰਾਂ ਦੇ ਨਾਲ ਭਰੇ ਬੈਗ ਸੜਕ ਤੇ ਡਿੱਗੇ ਤਾਂ ਰਾਹੀਆਂ ਨੇ ਲੁੱਟ ਲਏ ਤੇ ਫਿਰ ਪੁਲਿਸ ਨੇ ਕਿਹਨੂੰ ਫੜਿਆ ਉਹ ਤੁਹਾਨੂੰ ਦੱਸਦੇ ਹਾਂ। ਦਰਅਸਲ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਹਾਈਵੇ ਤੇ ਲੰਘੇ ਦਿਨ ਬਖਤਰਬੰਦ ਟਰੱਕ 'ਚੋਂ ਡਾਲਰਾਂ ਦੇ ਭਰੇ ਥੈਲੇ ਸੜਕ ਤੇ ਡਿੱਗ ਪਏ। ਡਿੱਗਣ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੂੰ ਮੌਜਾਂ ਲੱਗ ਗਈਆਂ। ਲੋਕਾਂ ਨੇ ਡਾਲਰਾਂ ਨੂੰ ਚੁੱਕਣ ਲਈ ਆਪਸ ਦੇ ਵਿੱਚ ਲੜਾਈ ਤੱਕ ਕਰ ਲਈ। ਲੋਕ ਉੱਛਲ ਕੁੱਦ ਕੇ ਇਹਨਾਂ ਡਾਲਰਾਂ ਨੂੰ ਚੁੱਕ ਰਹੇ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੜਕ ਤੇ ਡਾਲਰ ਹੀ ਡਾਲਰ ਖਿਲਰੇ ਪਏ ਸੀ, ਉੱਡ ਰਹੇ ਸੀ, ਡਿੱਗ ਰਹੇ ਸੀ। ਇਹ ਘਟਨਾ ਕਾਰਲਸਬੈਡ ਦੇ ਅੰਤਰਰਾਜੀ ਰੂਟ 5 ਤੇ ਸਵੇਰੇ 9:15 ਵਜੇ ਦੇ ਕਰੀਬ ਵਾਪਰੀ। ਕੈਲੀਫੋਰਨੀਆ ਹਾਈਵੇ ਪੋਰਟਲ ਸਾਰਜੈਂਟ ਨੇ ਦੱਸਿਆ ਕਿ ਵਾਹਨ ਦਾ ਦਰਵਾਜ਼ਾ ਖੁੱਲਿਆ, ਨਗਦੀ ਵਾਲਾ ਬੈਗ ਬਾਹਰ ਡਿੱਗ ਪਿਆ। ਬੈਗ ਖੁੱਲਣ ਨਾਲ $1 ਡਾਲਰ ਤੇ $20 ਦੇ ਨੋਟ ਸੜਕ ਦੇ ਉੱਤੇ ਫੈਲ ਗਏ। ਰਾਹ ਦੇ ਵਿੱਚ ਹਫੜਾ ਦਫੜੀ ਮਚ ਗਈ। ਲੋਕ ਡਾਲਰ ਇਕੱਠੇ ਕਰਨ ਦੇ ਲਈ ਆਪਸ ਦੇ ਵਿੱਚ ਉਲਝ ਵੀ ਗਏ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਗਿਆ। ਕੁਝ ਲੋਕ ਨਗਦੀ ਫੜ ਕੇ ਹੱਸਦੇ ਵੀ ਨਜ਼ਰ ਆ ਰਹੇ ਨੇ, ਗੱਲਾਂ ਕਰਦੇ ਨਜ਼ਰ ਆ ਰਹੇ ਨੇ, ਉਛਲਦੇ ਨਜ਼ਰ ਆ ਰਹੇ ਨੇ। ਘਟਨਾ ਵਾਲੇ ਥਾਂ ਤੋਂ ਹਾਲਾਂਕਿ 2 ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਕਿਉਂਕਿ ਲੋਕਾਂ ਦੀ ਜਿਹੜੀ ਖੁਸ਼ੀ ਹੈ ਉਹ ਪਲ ਭਰ ਦੀ ਹੀ ਰਹੀ। ਪੁਲਿਸ ਉੱਥੇ ਪਹੁੰਚ ਗਈ ਸੀ। 2 ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲੋਂ ਵੀ ਨੋਟ ਬਰਾਮਦ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। 10-12 ਜਣਿਆਂ ਨੇ ਸਾਰੇ ਨੋਟ ਵਾਪਸ ਵੀ ਕਰ ਦਿੱਤੇ। ਯਾਨੀ ਕਿ ਕੁਝ ਪਲਾਂ ਦੀ ਖੁਸ਼ੀ ਸੀ। ਡਾਲਰ ਨੇ ਜਿਹੜੇ ਉਹ ਸੜਕ ਦੇ ਉੱਤੇ ਖਿਲਰੇ ਹੋਏ ਕਿਉਂਕਿ ਆਮ ਤੌਰ ਤੇ ਕਈ ਵਾਰੀ ਲੋਕ ਇਹੋ ਜਿਹੇ ਸੁਪਨੇ ਲੈ ਲੈਂਦੇ ਨੇ ਕਿ ਕਾਸ਼ ਅਜਿਹਾ ਹੋਵੇ ਕਿ ਪੈਸੇ ਨੇ ਜਿਹੜੇ ਉਹ ਸੜਕਾਂ ਦੇ ਉੱਤੇ ਉਹਨਾਂ ਦਾ ਮੀਂਹ ਪੈ ਜਾਵੇ ਤੇ ਫਿਰ ਅਸੀਂ ਚੱਕ ਲਈਏ, ਤੇ ਕਦੇ-ਕਦੇ ਇਸ ਤਰ੍ਹਾਂ ਦਾ ਮੀਂਹ ਵੀ ਪੈ ਜਾਂਦਾ ਜਿਹੜਾ ਭਾਰੀ ਵੀ ਪੈ ਜਾਂਦਾ। ਅਮਰੀਕਾ ਨੇ ਇਸਲਾਮਿਕ ਸਟੇਟ ਦੀ ਅਫਗਾਨਿਸਤਾਨ ਸ਼ਾਖਾ ਇਸਲਾਮਿਕ ਸਟੇਟ ਖੁਰਾਸਾਨ ਨਾਲ ਜੁੜੇ 3 ਲੀਡਰਾਂ ਤੇ ਪਾਬੰਦੀ ਲਾ ਦਿੱਤੀ ਹੈ। ਇੱਕ ਹੋਰ ਜਣੇ ਤੇ ਵੀ ਪਾਬੰਦੀ ਲਾਈ ਗਈ ਹੈ ਜਿਸ ਤੇ ਦੋਸ਼ ਨੇ ਕਿ ਉਹ ਇਸ ਗਰੁੱਪ ਦੇ ਵਿੱਤੀ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਅਮਰੀਕਾ ਨੇ ਇਹ ਕਦਮ ਉਸ ਵਕਤ ਚੁੱਕਿਆ ਹੈ ਜਦੋਂ ਕਾਬੁਲ ਦੇ ਵਿੱਚ ਸਿਲਸਿਲੇਵਾਰ ਜਾਨਲੇਵਾ ਹਮਲੇ ਹੋਏ ਤੇ ਇਸ ਦੀ ਜ਼ਿੰਮੇਵਾਰੀ ISK ਯਾਨੀ ਕਿ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਇਸ ਜਥੇਬੰਦੀ ਦੇ ਅਮੀਰ ਸਨਾਉੱਲਾ
गफ्फारी, बुलारे सुल्तान अजीज आजम ते काबुल सूबे दे लीडर मौलाब रजब नूं खास तौर ते नामी ਜਿਹੜੇ ਗਲੋਬਲ ਅਤਵਾਦੀਆਂ ਦੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਹ ਐਲਾਨ ਕੀਤਾ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਭਾਰਤ ਦੀ ਕਣਕ ਅਫਗਾਨਿਸਤਾਨ ਭੇਜਣ ਦੇ ਸਾਰੇ ਰਾਹ ਖੋਲ ਦਿੱਤੇ ਨੇ। ਕੈਬਨਿਟ ਦੀ ਬੈਠਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਰੇ ਮੰਤਰਾਲਿਆਂ ਨੂੰ ਮਦਦ ਦੇਣ ਦੇ ਹੁਕਮ ਦਿੱਤੇ ਨੇ। ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਭਾਰਤ ਤੋਂ ਇਹ ਪਹਿਲੀ ਸਹਾਇਤਾ ਅਫਗਾਨਿਸਤਾਨ ਜਾਵੇਗੀ। ਇਸ ਤੋਂ ਪਹਿਲਾਂ ਈਰਾਨ, UAE ਅਤੇ ਪਾਕਿਸਤਾਨ ਵਰਗੇ ਮੁਲਕ ਅਫਗਾਨਿਸਤਾਨ ਨੂੰ ਲੌਜਿਸਟਿਕਸ ਅਤੇ ਮੈਡੀਕਲ ਸਪਲਾਈ ਭੇਜ ਚੁੱਕੇ ਨੇ। ਭਾਰਤ ਦੇ ਵੱਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੀ ਪੇਸ਼ਕਸ਼ ਦੇ 1 ਮਹੀਨੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਭਾਰਤੀ ਸਹਾਇਤਾ ਨੂੰ ਪਾਕਿਸਤਾਨ ਦੇ ਵਿੱਚੋਂ ਲੰਘਣ ਦੀ ਇਜਾਜ਼ਤ ਦੇ ਰਹੀ ਹੈ। ਦ ਹਿੰਦੂ ਅਖਬਾਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਐਲਾਨ ਕੀਤਾ ਗਿਆ ਕਿ ਪਾਕਿਸਤਾਨ ਭਾਰਤ ਦੇ 50,000 ਮੀਟ੍ਰਿਕ ਟਨ ਕਣਕ ਨੂੰ ਜਾਣ ਦੀ ਇਜਾਜ਼ਤ ਦੇਵੇਗਾ ਜੋ ਅਫਗਾਨਿਸਤਾਨ ਦੇ ਵਿੱਚ ਮਦਦ ਲਈ ਭੇਜੀ ਜਾਏਗੀ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।